हेलो फ्रेंड्स, वेलकम टू माय चैनल जिसका नाम है सिमरन पंजाबी। ਚੈਨਲ ਮੈਂ ਖਾਸ ਤੌਰ ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਨਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ। ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ। ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਇਸ ਤੋਂ ਇਲਾਵਾ ਲਾਈਕ ਜ਼ਰੂਰ ਕਰਿਆ ਕਰੋ, ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਲੱਗਦੇ ਪਏ ਨੇ। ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ, ਲਿੰਕ ਉਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ, ਜਾ ਕੇ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ। ਇਸ ਤੋਂ ਇਲਾਵਾ ਪਲੇਲਿਸਟ ਬਣੀ ਹੋਈ ਹੈ, ਅਗਰ ਕੋਈ ਵੀਡੀਓਜ਼ ਤੁਹਾਨੂੰ ਪਤਾ ਨਹੀਂ ਲੱਗਦੀ ਪਲੇਲਿਸਟ 'ਚ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ। ਕਮਿਊਨਿਟੀ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਚੈੱਕ ਕਰਿਆ ਕਰੋ, ਰੋਜ਼ ਦੇ ਰੋਜ਼ ਅਪਡੇਟ ਜ਼ਰੂਰ ਕਰਦੀ ਹੈਗੀ ਹਾਂ। ਅੱਜ ਵੀ ਕਰਾਂਗੀ ਥੋੜੀ ਚਿਰ ਬਾਅਦ, ਕਿਉਂਕਿ ਇਹ ਵਾਲੇ ਟੌਪਿਕ ਜਿਹੜੇ ਹੈਗੇ ਨੇ ਕਾਫੀ ਇੰਪੋਰਟੈਂਟ ਹੈ ਤੇ ਇਹਨਾਂ ਦੇ ਨਾਲ ਤੁਹਾਨੂੰ ਜਿਹੜੀ ਇੱਕ ਬੁੱਕ ਜਿਹੜੀ ਹੈਗੀ ਆ ਉਹ ਜਲਦੀ ਹੀ ਮੈਂ ਤੁਹਾਨੂੰ ਹੈਂਡਓਵਰ ਕਰਾਂਗੀ, ਜਿਸ ਦੇ ਵਿੱਚ 1 ਲਾਈਨ ਦੇ ਜਿਹੜੇ ਕੁਐਸਚਨ ਹੋਣਗੇ ਈਜ਼ੀ ਤੁਸੀਂ ਲਰਨ ਕਰ ਸਕਦੇ ਹੋ। ਸੋ ਜ਼ਰੂਰ ਉਸ ਦੇ ਵਾਸਤੇ ਤੁਸੀਂ ਜਿੰਨੇ ਵੀ ਟੌਪਿਕ ਹੈਗੇ ਮੇਰੇ ਧਿਆਨ ਦੇ ਨਾਲ ਦੇਖਦੇ ਰਹਿਣਾ। ਐਂਡ ਐਮਸੀਕਿਊਜ਼ ਕਲਾਸਿਸ ਜਿਹੜੀਆਂ ਹੁੰਦੀਆਂ ਨੇ ਰੋਜ਼ ਦੇ ਰੋਜ਼ ਸਾਡੀਆਂ ਚੱਲਦੀਆਂ ਨੇ ਸ਼ਾਮ ਨੂੰ, ਉਸ ਨੂੰ ਜ਼ਰੂਰ ਅਟੈਂਡ ਕਰਿਆ ਕਰੋ, ਕਿਉਂਕਿ ਉਸ ਦੇ ਵਿੱਚ ਨਿਊ ਐਮਸੀਕਿਊਜ਼ ਮੈਂ ਪ੍ਰੋਵਾਈਡ ਕਰਵਾ ਰਹੀ ਹਾਂ, ਚਾਹੇ ਉਹ ਮਾਸਟਰ ਗ੍ਰੇਡ ਵਾਲੇ ਸਟੂਡੈਂਟ ਹੋ ਜਾਂ ਫਿਰ ਐਨਟੀਏ ਯੂਜੀਸੀ ਨੈਟ ਵਾਸਤੇ। ਸੋ ਅੱਜ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਸਫ਼ਰਨਾਮਾ। ਸੋ ਸਫ਼ਰਨਾਮਾ ਕਹਿੰਦੇ ਮਨੁੱਖ ਦੀ ਘਮੱਕੜ ਮਨੋਬਿਰਤੀ ਦੀ ਪੈਦਾਵਾਰ ਹੈ। ਘੁੰਮਣਾ ਫਿਰਨਾ ਤੇ ਸੈਰ ਸਪਾਟੇ ਕਰਨਾ ਮਨੁੱਖ ਦੀ ਜੋ ਅੰਦਰੋਂ ਰੁਚੀ ਹੈ। ਸੈਰ ਸਪਾਟੇ ਕਰਨ ਵਾਲੀ ਇਹ ਰੁਚੀ ਤੇ ਘੁਮੱਕੜ ਪ੍ਰਵਿਰਤੀ ਦੂਜਿਆਂ ਨੂੰ ਜਾਣਨ ਦੀ ਲੋਚਾ ਤੋਂ ਉਪਜਦੀ ਹੈ। ਦੂਜਿਆਂ ਬਾਰੇ ਗਿਆਨ ਦੀ ਭੁੱਖ ਤੇ ਸੋਹਜ ਸੁੰਦਰਤਾ ਵੇਖਣ ਤੇ ਮਾਣਨ ਦੀ ਖਿੱਚ ਮਨੁੱਖ ਨੂੰ ਦੂਰ ਦੇਸ਼ ਵਿਦੇਸ਼ਾਂ ਦੇ ਸਫ਼ਰ ਤੈਅ ਕਰਨ ਲਈ ਪ੍ਰੇਰਦੀ ਚਲੀ ਜਾ ਰਹੀ ਹੈ। ਹੁਣ ਇੱਥੇ ਵਿੱਚ ਗੱਲ ਕੀਤੀ ਗਈ ਹੈ ਸਫ਼ਰਨਾਮੇ ਦੀ। ਤੁਹਾਨੂੰ ਪਤਾ ਹੀ ਹੈ ਜਦੋਂ ਤੁਸੀਂ ਟਰੈਵਲ ਕਰਨਾ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਤੁਹਾਨੂੰ ਵਧੀਆ ਲੱਗਦਾ ਹੈ, ਚਾਹੇ ਉਹ ਲਾਗੇ ਹੀ ਹੋਵੇ ਜਾਂ ਫਿਰ ਦੂਰ ਹੋਵੇ। ਸਪੈਸ਼ਲੀ ਅਗਰ ਦੂਰ ਕਿਤੇ ਜਾਣਾ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਹੈਗਾ। ਸੈਰ ਸਪਾਟਾ ਜਿਹੜਾ ਹੈਗਾ ਮਨੁੱਖ ਦੀ ਕੀ ਕਹਿ ਸਕਦੇ ਇੱਕ ਰੁਚੀ ਹੁੰਦੀ ਹੈ। ਜ਼ਿਆਦਾਤਰ ਕੀ ਹੁੰਦਾ ਸੀ ਦੂਸਰੀ ਜਗ੍ਹਾ ਤੇ ਜਾ ਕੇ ਉਹਨਾਂ ਚੀਜ਼ਾਂ ਨੂੰ ਦੇਖਣਾ ਜਾਣਨਾ, ਇਹੋ ਰੁਚੀ ਹੁੰਦੀ ਹੈ ਜਿਹੜੀ ਸਾਨੂੰ ਖਿੱਚ ਪੈਦਾ ਕਰਦੀ ਹੈਗੀ ਆ। ਇਹ ਗਿਆਨ ਦੀ ਇੱਕ ਭੁੱਖ ਹੁੰਦੀ ਹੈ ਤੇ ਦੂਸਰਾ ਸੋਹਜ ਸੁੰਦਰਤਾ ਕਿਸੇ ਜਗ੍ਹਾ ਦੀ ਦੇਖਣ, ਤੇ ਇਹੋ ਜਿਹੜੀ ਚੀਜ਼ ਹੁੰਦੀ ਸਾਨੂੰ ਦੇਸ਼ਾਂ ਵਿਦੇਸ਼ਾਂ ਤੱਕ ਵੀ ਲੈ ਜਾਂਦੀ ਹੈ, ਕਿਉਂਕਿ ਵੱਖ-ਵੱਖ ਦੇਸ਼ਾਂ ਤੇ ਭੂਖੰਡਾਂ ਵਿੱਚ ਜੀਵਨ ਦੀ ਕੀ ਹੈਗੀ ਇੱਕ ਤਰੀਕੇ ਨਾਲ ਵੰਨਸੁਵੰਨਤਾ ਹੈ। ਰੁੱਤਾਂ ਮੌਸਮਾਂ ਦੇ ਵਿੱਚ ਅਦਲਾ ਬਦਲੀ ਹੈਗੀ ਹੈ, ਕੁਦਰਤ ਦੇ ਵਿਰਾਟ ਦ੍ਰਿਸ਼ਾਂ ਦੇ ਵਿੱਚ ਰੰਗ ਰੰਗੀਨੀ ਤੇ ਖੂਬਸੂਰਤੀ ਹੈ। ਹੁਣ ਤੁਸੀਂ ਜਿੱਥੇ ਕਿਤੇ ਚਲ ਜਾਓ ਇਹੋ ਜਿਹੀ ਜਗ੍ਹਾ ਤੇ, ਕਿਤੇ ਤੁਹਾਨੂੰ ਸੀ ਮਿਲੇਗਾ, ਕਿਤੇ ਤੁਹਾਨੂੰ ਮਾਊਂਟੇਨਸ ਮਿਲਣਗੇ, ਕਿਤੇ ਕੁਛ ਮਿਲੇਗਾ। ਸੋ ਇਹ ਕੀ ਹੈਗੀ ਆ ਇੱਕ ਖੂਬਸੂਰਤੀ ਹੈਗੀ ਹੈ ਪ੍ਰਕਿਰਤੀ ਦੀ, ਜਿਹੜੀ ਤੁਹਾਨੂੰ ਖਿੱਚਦੀ ਹੈਗੀ ਹੈ ਦੂਸਰੀ ਜਗ੍ਹਾ ਤੇ ਜਾ ਕੇ ਉੱਥੋਂ ਦੀਆਂ ਚੀਜ਼ਾਂ ਦੇਖਣ ਨੂੰ। ਇਹ ਸਾਰੀ ਵਿਲੱਖਣਤਾ ਵਿਚਿੱਤਰਤਾ ਮਨੁੱਖ ਦੇ ਸੁਹਜ ਬੋਧ ਤੇ ਜਾਣਨ ਦੀ ਲੋਚਾ ਕੀ ਹੈਗੀ ਆ ਆਪਣੇ ਵਾਲੇ ਖਿੱਚੀ ਰਹਿੰਦੀ ਹੈ। ਇਸੇ ਤਰ੍ਹਾਂ ਸੰਸਾਰ ਦੀ ਸੋਹਜ ਸਿਰਜਣਾ ਵਿੱਚ ਇੱਕ ਤਾਲ ਇੱਕ ਲੈਅ ਗਤੀ ਜਿਸ ਨਾਲ ਇਕਸਰ ਹੋਣ ਲਈ ਸੈਲਾਨੀ ਦਾ ਅੰਤਰਮਨ ਬਹਿਬਲ ਹੋ ਉੱਠਦਾ ਹੈ। ਜਿਹੜਾ ਸੈਲਾਨੀ ਹੁੰਦਾ ਹੈ, ਖਾਸ ਕਰ ਜਿਹੜੇ ਟਰੈਵਲ ਕਰਦੇ ਆ, ਉਹ ਤਾਂ ਜ਼ਿਆਦਾ ਇਹੋ ਜਿਹੀ ਚੀਜ਼ਾਂ ਵੱਲ ਖਿੱਚੇ ਜਿਹੜੇ ਨੇ। ਜਿੰਨਾ ਹੁਣ ਤੁਸੀਂ ਟਰੈਵਲ ਲੋਗ ਦੇਖ ਲੈਂਦੇ ਹੋ ਵੱਖ-ਵੱਖ ਜਗ੍ਹਾ ਦੇ ਉੱਤੇ, ਜਿਹੜੇ ਜਿਨ੍ਹਾਂ ਦੀ ਮੇਨ ਇਹੋ ਚੀਜ਼ ਕੰਮ ਹੁੰਦਾ ਹੈ ਟਰੈਵਲ ਲੋਗ, ਯਾਨੀ ਕਿ ਟਰੈਵਲ ਕਰਨਾ ਤੇ ਉਸਦੇ ਬਾਰੇ ਲਿਖਣਾ। ਸੋ ਉਹਨਾਂ ਦਾ ਇਹੋ ਚੀਜ਼ ਹੁੰਦਾ ਕਿ ਹਰ ਇੱਕ ਉਸ ਛੋਟੀ ਤੋਂ ਛੋਟੀ ਜਗ੍ਹਾ ਤੱਕ ਪਹੁੰਚਿਆ ਜਾ ਸਕੇ, ਜਿਸ ਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾ ਸਕੇ। ਇਸ ਤਾਂਘ ਦੇ ਉਮੰਗ ਦੇ ਅਸਰ ਹੇਠ ਮਨੁੱਖ ਸੀਮਤ ਘਰ-ਬਾਰੀ ਵਾਤਾਵਰਣ ਤੋਂ ਮੁਕਤ ਹੋ ਕੇ ਅਸੀਮ ਤੇ ਅਨੰਤ ਵਾਤਾਵਰਣ ਦੀ ਖੁੱਲ੍ਹ ਮੰਨਣ ਲਈ ਦੂਰ ਮੰਜ਼ਿਲਾਂ ਵੱਲ ਤੁਰ ਪੈਂਦਾ ਹੈ। ਅਜਿਹੀ ਤਾਂਘ ਤੇ ਤਮੰਨਾ ਲੈ ਕੇ ਸੰਸਾਰ ਦੇ ਵੱਡੇ-ਵੱਡੇ ਮਸ਼ਹੂਰ ਸੈਲਾਨੀ ਨੇ ਵੀ ਦੇਸ਼ ਪ੍ਰਦੇਸ਼ਾਂ ਦੀ ਯਾਤਰਾ ਲਈ ਤੁਰੇ ਸੀ, ਜਿਵੇਂ ਚੀਨ ਦਾ ਫਾਹੀਆਨ ਤੇ ਹਿਊਨ-ਸਾਂਗ, ਅਰਬ ਦਾ ਅਲ-ਬਰੂਨੀ ਤੇ ਪੱਛਮ ਦੇ ਮਾਰਕੋ ਪੋਲੋ ਅਜਿਹੇ ਹੀ ਸਾਹਿਤਕ ਯਾਤਰੀ ਸੀ, ਜਿਨ੍ਹਾਂ ਦਾ ਮੇਨ ਕੀ ਹੈਗਾ ਸੀ ਦੂਸਰੇ ਦੇਸ਼ਾਂ ਦੇ ਉੱਤੇ ਸਫ਼ਰ ਕਰਨਾ ਤੇ ਉਹਨਾਂ ਦੇ ਬਾਰੇ ਜਾਣਨਾ। ਹੁਣ ਸਫ਼ਰਨਾਮੇ ਦੇ ਜਨਮ ਦਾ ਬਾਰੇ ਹੁਣ ਗੱਲ ਕੀ ਕੀਤੀ ਗਈ, ਕਹਿੰਦੇ ਕਿ ਇਸ ਤਰ੍ਹਾਂ ਅੰਦਰੂਨੀ ਪ੍ਰੇਰਨਾ ਦੇ ਵਸੀਭੂਤ ਹੋ ਕੇ, ਮਤਲਬ ਅੰਦਰੂਨੀ ਇੱਕ ਪ੍ਰੇਰਨਾ ਜਦੋਂ ਜਾਗਦੀ ਹੈਗੀ ਹੈ ਉਸ ਦੇ ਨਾਲ ਵਸੀਭੂਤ ਹੋ ਕੇ ਸਫ਼ਰ ਤੇ ਸੈਰ ਸਪਾਟੇ ਕਰਦਾ ਹੋਇਆ ਭਾਰਤ ਨੂੰ ਜਦੋਂ ਆਪਣੀ ਜਗਿਆਸੂ ਮਨੋਬਿਰਤੀ ਦੇ ਕਾਰਨ ਕਿਸੇ ਭੂਖੰਡ ਤੇ ਭੂਮੰਡਲ ਦੀਆਂ ਰੰਗ ਰੰਗੀਨੀਆਂ ਬਾਰੇ ਆਪਣੇ ਅਨੁਭਵ, ਅਹਿਸਾਸ, ਭਾਵਾਂ ਪ੍ਰਭਾਵਾਂ ਨੂੰ ਸੁੰਦਰ ਸੋਹਜ ਸ਼ਬਦਾਂ 'ਚ ਰੂਪਾਂਤਰਿਤ ਕਰਦੇ ਨੇ, ਤਾਂ ਸਫ਼ਰਨਾਮੇ ਦਾ ਜਨਮ ਹੁੰਦਾ ਹੈ। ਸਮਝ ਹੀ ਆ ਗਈ ਹੋਏਗੀ, ਕਿਸੇ ਦੂਸਰੀ ਜਗ੍ਹਾ ਤੇ ਜਾ ਕੇ ਜਦੋਂ ਉਹੋ ਜਿਹੀਆਂ ਚੀਜ਼ਾਂ ਦੇਖਦੇ ਨੇ ਦੂਸਰੇ ਜਗ੍ਹਾ ਦੀਆਂ ਵੰਨ ਸੁਵੰਨੀਆਂ ਵਧੀਆ, ਤਾਂ ਉਹਨਾਂ ਨੂੰ ਆਪਣੇ ਸੋਹਜ ਸੁੰਦਰ ਸ਼ਬਦਾਂ ਦੇ ਵਿੱਚ ਰੂਪਾਂਤਰਿਤ ਕਰਕੇ ਸਾਡੇ ਸਾਹਮਣੇ ਰੱਖਦੇ ਨੇ, ਤਾਂ ਉਹ ਕੀ ਹੁੰਦਾ ਸਫ਼ਰਨਾਮੇ ਦਾ ਜਨਮ ਹੁੰਦਾ ਹੈ। ਦੂਸਰੇ ਸ਼ਬਦਾਂ 'ਚ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਯਾਤਰਾ 'ਚ ਪ੍ਰਾਪਤ ਕੀਤੇ ਤਜਰਬਿਆਂ ਨੂੰ ਲਿਪੀਬੰਦ ਕੀਤਾ ਜਾਂਦਾ ਹੈ ਤਾਂ ਸਫ਼ਰਨਾਮੇ ਦੀ ਉਤਪਤੀ ਹੁੰਦੀ ਹੈ। ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਸਫ਼ਰ ਦੌਰਾਨ ਜਿਹੜਾ ਪ੍ਰਾਪਤ ਕੀਤਾ ਗਿਆ ਗਿਆਨ ਜਦੋਂ ਯਾਦਾਂ ਦੇ ਆਧਾਰ ਤੇ ਕਲਾਤਮਕ ਢੰਗ ਦੇ ਨਾਲ ਚਿਤਰਿਆ ਜਾਂਦਾ ਹੈ, ਉਦੋਂ ਵੀ ਸਫ਼ਰਨਾਮੇ ਦਾ ਜਨਮ ਹੁੰਦਾ ਹੈ। ਹੁਣ ਇਸ ਦੇ ਨਾਮਕਰਨ ਦੇ ਬਾਰੇ ਦੇਖੋ। ਸਫ਼ਰਨਾਮਾ ਜਿਹੜਾ ਹੈਗਾ ਵਾ ਦੋ ਸ਼ਬਦਾਂ ਸਫ਼ਰ ਤੇ ਨਾਮਾ ਦੇ ਜੋੜ ਤੋਂ ਬਣਿਆ ਹੈਗਾ ਵਾ। ਅਰਥ ਹੈਗਾ ਵਾ ਸਫ਼ਰ ਦਾ ਬਿਆਨ ਕਰਨਾ ਜਾਂ ਬਿਰਤਾਂਤ ਕਰਨਾ। ਅੰਗਰੇਜ਼ੀ ਵਿੱਚ ਇਸ ਨੂੰ ਕੀ ਕਹਿੰਦੇ ਨੇ, ਟਰੈਵਲੋਗ ਕਹਿੰਦੇ ਨੇ, ਜਿਵੇਂ ਮੈਂ ਕਿਹਾ, ਤੇ ਭਾਵ ਹੈਗਾ ਵਾ ਯਾਤਰਾ ਦਾ ਸਚਿੱਤਰ ਬਿਰਤਾਂਤ।
कई ਜਿਹੜੇ ਹੈਗੇ ਨੇ ਇਹੋ ਕੰਮ ਹੈਗੇ ਨੇ, ਪੈਸੇ ਕਮਾਉਂਦੇ ਨੇ, ਟਰੈਵਲ ਕਰਦੇ ਨੇ, ਕਈ ਉਹਨਾਂ ਨੂੰ ਜਿਵੇਂ ਅੰਬੈਸਡਰ ਵੀ ਬਣਾਉਂਦੇ ਨੇ। ਸੋ ਇਸ ਤਰੀਕੇ ਨਾਲ ਆਉਂਦਾ ਹਿੰਦੀ 'ਚ ਸਫ਼ਰਨਾਮਾ ਨੂੰ ਯਾਤਰਾ ਸਾਹਿਤ ਅਥਵਾ ਯਾਤਰਾ ਬਿਰਤਾਂਤ ਵੀ ਕਿਹਾ ਜਾਂਦਾ ਹੈ। ਹੁਣ ਇਸ ਦੇ ਲੱਛਣ ਤੇ ਪਰਿਭਾਸ਼ਾ ਦੇਖੋ। ਸਫ਼ਰਨਾਮੇ ਦੇ ਲੱਛਣ ਤੇ ਪਰਿਭਾਸ਼ਾ ਬਾਰੇ ਵਿਦਵਾਨ ਆਲੋਚਕਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਇੱਕ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਨੇ। ਹੁਣ ਇਸ ਦੀ ਕਿਹੜੀ ਕਿਹੜੀ ਪਰਿਭਾਸ਼ਾ ਦੇਖੋ ਦਿੱਤੀ ਹੋਈ ਹੈ। ਸਫ਼ਰਨਾਮਾ ਵਾਰਤਕ ਦੀ ਅਜਿਹੀ ਵੰਨਗੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੁਆਰਾ ਕੀਤੀ ਗਈ ਸੈਰ ਦੇ ਸਮਾਚਾਰਾਂ ਨੂੰ ਅੰਕਿਤ ਕੀਤਾ ਜਾਂਦਾ ਹੈ। ਲੇਖਕ ਆਪ ਹੀ ਇਸ ਦੇ ਵਿੱਚ ਨਾਇਕ ਹੁੰਦਾ ਹੈ ਤੇ ਕਿਸੇ ਦੇਸ਼ ਦੀ ਯਾਤਰਾ ਬਾਰੇ ਆਪਣੇ ਅਨੁਭਵ ਤੇ ਪ੍ਰਤੀਕਰਮਾਂ ਨੂੰ ਆਪ ਹੀ ਉਹ ਪ੍ਰਸਤੁਤ ਇੱਕ ਤਰੀਕੇ ਦੇ ਨਾਲ ਕਰਦਾ ਹੈ। ਮਤਲਬ ਖੁਦ ਨਾਇਕ ਹੁੰਦਾ ਹੈ ਖੁਦ ਹੀ ਲੇਖਕ ਹੁੰਦਾ ਹੈ। ਸਫ਼ਰਨਾਮਾ ਵਿਸਤ੍ਰਿਤ ਆਕਾਰ ਵਾਲਾ ਸਾਹਿਤਕ ਰੂਪ ਹੈਗਾ, ਮਤਲਬ ਵਿਸਤ੍ਰਿਤ ਵਿਸਤਾਰ ਦੇ ਵਿੱਚ, ਜਿਸ ਵਿੱਚ ਲੇਖਕ ਨੇ ਆਪਣੇ ਸਫ਼ਰ ਦੌਰਾਨ ਖਿੰਡਰੇ ਤੇ ਵਿਕਲੋਤਰੇ ਜਿਹੜੇ ਅਨੁਭਵ ਹੁੰਦੇ ਨੇ ਉਹਨਾਂ ਨੂੰ ਇਕਸੁਰ ਕਰਨ ਦਾ ਮਤਲਬ, ਜਿਵੇਂ ਜੋ ਜੋ ਚੀਜ਼ਾਂ ਉਹਨੇ ਦੇਖੀਆਂ ਹੁੰਦੀਆਂ ਨੇ, ਜੋ ਜੋ ਉਹਨੇ ਅਨੁਭਵ ਪ੍ਰਾਪਤ ਕੀਤੇ ਹੁੰਦੇ ਨੇ, ਉਹਨਾਂ ਨੂੰ ਇਕੱਠਾ ਕਰਕੇ ਉਹਨੇ ਇੱਕ ਦੱਸਣਾ ਹੁੰਦਾ ਹੈ। ਸਫ਼ਰਨਾਮੇ ਤੋਂ ਭਾਵ ਉਹ ਬਿਰਤਾਂਤਕ ਰਚਨਾ ਹੈ ਜਿਸ ਵਿੱਚ ਕਿਸੇ ਯਾਤਰਾ ਦਾ ਰੋਚਕ ਤੇ ਕੀ ਹੁੰਦਾ ਵਾ, ਇੱਕ ਦਿਲਚਸਪ ਵਰਣਨ ਹੁੰਦਾ ਹੈ। ਸਫ਼ਰਨਾਮਾ ਅਜਿਹੀ ਸਿਰਜਣ ਪ੍ਰਕਿਰਿਆ ਜਿਸ ਦੁਆਰਾ ਲੇਖਕ ਆਪਣੇ ਨਾਲ ਜੁੜੀਆਂ ਘਟਨਾਵਾਂ ਦੇ ਵਰਣਨ ਰਾਹੀਂ ਆਪਣੇ ਸਮੇਂ, ਸਥਾਨ, ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਪਰਿਸਥਿਤੀਆਂ ਦਾ ਵੀ ਗਿਆਨ ਕਰਵਾਉਂਦਾ ਹੈ। ਮਤਲਬ ਜਦੋਂ ਕਿਸੇ ਦੂਸਰੀ ਜਗ੍ਹਾ ਤੇ ਜਾਂਦਾ ਹੈ, ਜ਼ਰੂਰੀ ਨਹੀਂ ਹੈਗਾ ਕਿ ਜਸਟ ਉਸ ਦੇਸ਼ ਦੇ ਸਮੇਂ, ਸਥਾਨ ਦੇ ਬਾਰੇ ਹੀ ਦੱਸਦਾ ਹੈ। ਹਰ ਇੱਕ ਚੀਜ਼ ਜਿਹੜੀ ਹੈਗੀ ਉੱਥੇ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਪਰਿਸਥਿਤੀਆਂ ਉਹਨਾਂ ਨੂੰ ਵੀ ਉਹ ਦੱਸਦਾ ਹੈਗਾ ਵਾ। ਤੇ ਜਿਹੜਾ ਘਰ ਬਹਿ ਕੇ ਜਿਹੜੇ ਪਾਠਕ ਹੈਗੇ ਨੇ, ਜਿਹੜੇ ਬਾਅਦ ਚ ਉਸਨੂੰ ਪੜ੍ਹਦੇ ਨੇ, ਉਹ ਵੀ ਇਸ ਚੀਜ਼ ਦਾ ਆਨੰਦ ਲੈ ਸਕਦੇ ਨੇ। ਇੱਕ ਇਹ ਕਹਿੰਦੇ ਗਦ ਰਚਨਾ ਹੈਗੀ ਆ। ਮੈਂ ਸ਼ਾਰਟ ਦੇ ਵਿੱਚ ਫਟਾਫਟ ਸਮਝਾ ਰਹੀ ਹਾਂ ਕਿਉਂਕਿ ਸਿੰਪਲ ਜਿਹਾ ਹੈਗਾ ਏ ਤੇ ਜ਼ਿਆਦਾ ਸਾਨੂੰ ਪਤਾ ਇਸ ਦੇ ਵਿੱਚ ਕੀ ਹੁੰਦਾ, ਕੋਈ ਜ਼ਿਆਦਾ ਇਹਦੇ ਵਿੱਚ ਘੁਮਾਉਣ ਵਾਲੀ ਗੱਲ ਨਹੀਂ ਹੈਗੀ। ਸੋ ਇਸ ਦੇ ਵਿੱਚ ਕੀ ਹੁੰਦੀ ਹੈ, ਅਣਜਾਣੀ ਤੇ ਦੁਰੇਡੀ ਧਰਤੀ ਸੰਬੰਧੀ ਬਹੁਮੁਖੀ ਤੇ ਬਹੁ ਪਸਾਰੀ ਗਿਆਨ ਸਾਹਿਤਕ ਰੰਗ ਵਿੱਚ ਪੇਸ਼ ਜਿਹੜਾ ਹੈਗਾ ਵਾ ਇੱਕ ਕੀਤਾ ਜਾਂਦਾ ਹੈ। ਸੋ ਇੱਕ ਅਣਜਾਣੀ ਦੁਰੇਡੀ ਧਰਤੀ ਮਤਲਬ ਕੋਈ ਦੂਸਰੀ ਜਗ੍ਹਾ ਦੇ ਬਾਰੇ ਇੱਥੇ ਇੱਕ ਗਿਆਨ ਸਾਹਿਤਕ ਰੰਗ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੋ ਇੱਕ ਅਜਿਹੀ ਰੂਪ ਵਿਧਾ ਹੈ ਜਿਸ ਵਿੱਚ ਸੈਰ ਦੇ ਅਨੁਭਵ ਦਾ ਵੇਰਵਾ ਲੇਖਕ ਜਿਹੜਾ ਹੈਗਾ ਵਾ ਆਲੋਚਨਾਤਮਕ ਸ਼ੈਲੀ ਵਿੱਚ ਵੀ ਪੇਸ਼ ਕਰਦਾ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਵਾ ਕਿ ਦੂਸਰੀ ਜਗ੍ਹਾ ਜਾ ਕੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਥੋੜੀ ਜਿਹੀ ਅਟਪਟੀ ਲੱਗਦੀਆਂ ਉਹਨਾਂ ਬਾਰੇ ਆਪਣੀ ਟੀਕਾ ਟਿੱਪਣੀ ਵੀ ਕਰਦੇ ਨੇ। ਸੋ ਇੱਕ ਤਰੀਕੇ ਨਾਲ ਉਹਦੀ ਆਲੋਚਨਾ ਹੀ ਹੋ ਜਾਂਦੀ ਹੈਗੀ ਹੈ। ਸਫ਼ਰਨਾਮਾ ਕਈ ਪ੍ਰਕਾਰ ਦੀਆਂ ਸਾਹਿਤਕ ਵੰਨਗੀਆਂ ਤੇ ਉਸਰਿਆ ਇੱਕ ਸੁਤੰਤਰ ਰੂਪਾਕਾਰ ਹੈ ਜਿਸ ਵਿੱਚ ਲੇਖਕ ਆਪਣੀ ਨਿੱਜੀ ਅਨੁਭਵ, ਭੂਗੋਲਿਕ ਸਮਾਚਾਰ ਤੇ ਸੱਭਿਆਚਾਰਕ ਗਿਆਨ ਨੂੰ ਕਲਾਤਮਕ ਢਾਂਚੇ ਦੇ ਵਿੱਚ ਪੇਸ਼ ਕਰਦਾ ਹੈ। ਇਸ ਗਿਆਨਮਈ ਪੇਸ਼ਕਾਰੀ ਦੇ ਨਾਲ ਨਾਲ ਸਾਹਿਤਕ ਕਲਾ ਵਿਧੀਆਂ ਅਪਣਾ ਕੇ ਪਾਠਕ ਨੂੰ ਸੇਧ, ਦਿਸ਼ਾ ਨਿਰਦੇਸ਼ ਤੇ ਆਨੰਦ ਦੇਣ ਦਾ ਵੀ ਯਤਨ ਕਰਦਾ ਹੈ। ਮਤਲਬ ਇੱਕ ਤਾਂ ਆਪਣੇ ਨਿੱਜੀ ਅਨੁਭਵ ਦੱਸਦਾ ਹੈ, ਉੱਥੋਂ ਦੇ ਭੂਗੋਲਿਕ ਸਮਾਚਾਰ ਦੱਸਦਾ ਹੈ, ਸੱਭਿਆਚਾਰਕ ਗਿਆਨ ਦੇ ਬਾਰੇ ਵੀ ਸਾਨੂੰ ਕਲਾਤਮਕ ਰੂਪ 'ਚ ਪੇਸ਼ ਕਰਦੇ ਨੇ। ਨਾਲ ਦੇ ਨਾਲ ਕੀ ਗਾ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਜਾਣੂ ਕਰਵਾਉਂਦੇ ਨੇ, ਜੇਕਰ ਕੋਈ ਉੱਥੇ ਜਾਏਗਾ ਤਾਂ ਉਸ ਚੀਜ਼ਾਂ ਨੂੰ ਉਹ ਜ਼ਰੂਰ ਦੇਖੇਗਾ। ਆਮ ਤੌਰ ਤੇ ਗਿਆਨ ਵਿਵਰਣ ਤੇ ਤਜਰਬਿਆਂ ਦੀ ਪੇਸ਼ਕਾਰੀ ਸੁਚੇਤ ਤੌਰ ਤੇ ਆਲੋਚਨਾਤਮਕ ਸ਼ੈਲੀ ਵਿੱਚ ਹੀ ਕੀਤੀ ਜਾਂਦੀ ਹੈ। ਇਹਦੇ ਵਿੱਚ ਨਾ ਛੋਟੇ ਛੋਟੇ ਟੌਪਿਕ ਹੈਗੇ ਨੇ, ਪੁਆਇੰਟ ਹੈਗੇ ਨੇ, ਉਹਨਾਂ ਨੂੰ ਜ਼ਰੂਰ ਨੋਟ ਕਰਿਓ ਕਿਉਂਕਿ ਹੈ ਈਜ਼ੀ ਹੈ। ਜਿਹੜੀ ਚੀਜ਼ ਈਜ਼ੀ ਹੁੰਦੀ ਆ ਉਹ ਜ਼ਿਆਦਾ ਵਧੀਆ ਹੁੰਦੀ ਹੈ, ਮਤਲਬ ਉਹ 'ਚ ਚੀਜ਼ਾਂ ਬੜੀਆਂ ਨਿਕਲਦੀਆਂ ਨੇ। ਸੋ ਜਦੋਂ ਕੁਐਸਚਨ ਪਾਵਾਂਗੀ ਮੈਂ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪਾਣੇ ਨੇ। ਅੱਗੇ ਤੇ ਦੇਖੋ, ਸਫ਼ਰਨਾਮਾ ਸਾਹਿਤ ਜਗਤ ਇੱਕ ਅਜਿਹੀ ਵਾਰਤਕ ਮਈ ਰੂਪ ਬਣ ਗਿਆ ਜਿਸ ਵਿੱਚ ਸਾਹਿਤਕ ਸੈਲਾਨੀ ਅਸਲੀ ਤੇ ਅਮਲੀ ਰੂਪ ਵਿੱਚ ਆਪ ਹੰਢਾਏ ਅਹਿਸਾਸ, ਅਨੁਭਵ ਤੇ ਪ੍ਰਤੀਕਰਮਾਂ ਨੂੰ ਕਲਾਤਮਕ ਢੰਗ ਦੇ ਨਾਲ ਫਿਰ ਉਹੀ ਆਲੋਚਨਾਤਮਕ ਸ਼ੈਲੀ 'ਚ ਪ੍ਰਤੀਬਿੰਬਤ ਕਰਦੇ ਨੇ। ਹੁਣ ਸਫ਼ਰਨਾਮਾ ਲੇਖਕ ਦੇ ਗੁਣ ਕੀ ਹੋਣੇ ਚਾਹੀਦੇ ਨੇ ਇਸ ਦੇ ਵਿੱਚ? ਦੇਖੋ, ਲੇਖਕ ਹੀ ਇੱਕ ਸਾਹਿਤਕਾਰ ਜਿਹੜਾ ਹੈਗਾ ਉਹ ਉਸਦੇ ਵਿੱਚ ਅਜਿਹੇ ਨਿਵੇਕਲੇ ਗੁਣ ਹੁੰਦੇ ਨੇ ਜਿਸ ਨੂੰ ਉਹ ਬਾਕੀ ਸਾਹਿਤਕਾਰਾਂ ਦੇ ਨਾਲ ਉਹ ਉਸਨੂੰ ਅਲੱਗ ਕਰਦੇ ਨੇ। ਠੀਕ ਹੈ। ਹੁਣ ਦੇਖੋ, ਜਿਹੜਾ ਸਫ਼ਰਨਾਮਾ ਲੇਖਕ ਦੇ ਪਛਾਣ ਚਿੰਨ੍ਹ ਵੀ ਹੈਗੇ ਨੇ ਕੁਛ, ਤੇ ਇਸ ਦਾ ਮਹੱਤਵ ਵੀ ਲੇਖਕ ਦੇ ਗੁਣਾਂ ਦੇ ਉੱਤੇ ਹੀ ਨਿਰਭਰ ਕਰਦੇ ਨੇ ਕਿ ਸਫ਼ਰਨਾਮਾ ਜਿਹੜਾ ਲਿਖਦਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇੱਕ ਜਿਹੜਾ ਸਫ਼ਰਨਾਮਾਕਾਰ ਹੁੰਦਾ ਹੈ ਸੈਲਾਨੀ ਹੀ ਨਹੀਂ ਹੁੰਦਾ ਬਲਕਿ ਇੱਕ ਸੁਚੇਤ ਵਿਅਕਤੀ ਵੀ ਹੁੰਦਾ ਹੈ, ਭਾਵਕ ਸਾਹਿਤਕਾਰ ਵੀ ਹੁੰਦਾ ਹੈ ਜਿਸ ਦੀ ਸ਼ਖਸੀਅਤ 'ਚ ਆਲੋਚਨਾ ਬਿੱਤੀ ਪ੍ਰਬਲ ਹੁੰਦੀ ਹੈ ਤੇ ਆਪਣੀ ਪ੍ਰਤੀਕਿਰਿਆ ਨੂੰ ਉਹ ਨਿਡਰ ਹੋ ਕੇ ਪੇਸ਼ ਕਰਦਾ ਹੈ। ਕਿਸੇ ਚੀਜ਼ ਦੇ ਬਾਰੇ ਉਸਨੂੰ ਵਧੀਆ ਨਹੀਂ ਲੱਗਿਆ ਤਾਂ ਉਸ ਚੀਜ਼ ਦੇ ਬਾਰੇ ਵੀ ਨਿਡਰ ਹੋ ਕੇ ਲਿਖੇ। ਉਹ ਕੀ ਹੁੰਦਾ ਵਾ, ਭੂਗੋਲ, ਇਤਿਹਾਸ, ਸੱਭਿਆਚਾਰਕ, ਸਾਹਿਤ, ਵਿਗਿਆਨ, ਸਮਾਜਿਕ ਕਲਾਵਾਂ ਦੇ ਵਿੱਚ ਵੀ ਨਿਪੁੰਨ ਹੋਣਾ ਚਾਹੀਦਾ ਹੈ। ਮਤਲਬ ਗਿਆਨਵਾਨ ਹੋਣਾ ਚਾਹੀਦਾ ਵਾ, ਬੌਧਿਕ ਹੋਣਾ ਚਾਹੀਦਾ ਹੈ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਉਹ ਅਗਲੇ ਨੂੰ ਵੀ ਦੱਸ ਸਕੇ। ਅੱਗੇ ਆਂਦਾ, ਡਾਕਟਰ ਪਰਮਿੰਦਰ ਸਿੰਘ ਨੇ ਲਿਖਿਆ ਹੈ ਕਿ ਸਫ਼ਰਨਾਮਾ ਲਿਖਣਾ ਵੀ ਇੱਕ ਹੁਨਰ ਹੈ। ਇਸ ਹੁਨਰ 'ਚ ਪ੍ਰਵੀਨ ਉਹ ਹੀ ਹੋ ਸਕਦਾ ਹੈ ਜਿਸ ਦਾ ਗਿਆਨ ਵਿਸ਼ਾਲ ਹੋਵੇ। ਠੀਕ ਹੈ।
ਸਫ਼ਰਨਾਮਾ ਜਿਹੜਾ ਲਿਖਣਾ ਹੁੰਦਾ ਹੈ ਉਹ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹੋ ਵਧੀਆ ਕਲਾ ਹੁੰਦੀ ਹੈ ਤੇ ਇਹ ਉਹ ਹੀ ਲਿਖ ਸਕਦਾ ਹੈ ਜਿਸ ਨੂੰ ਪਤਾ ਹੋਵੇ ਕਿਸ ਤਰ੍ਹਾਂ ਲਿਖਣਾ ਹੈਗਾ ਵਾ ਗਿਆਨ ਉਸਦਾ ਵਧੀਆ ਹੋਣਾ ਚਾਹੀਦਾ ਮਤਲਬ ਉਸਨੂੰ ਚੀਜ਼ਾਂ ਉਹਨੂੰ ਕਿਤਾਬਾਂ ਪੜ੍ਹੀਆਂ ਹੋਣੀ ਚਾਹੀਦੀਆਂ ਉਸਦੀ ਕਲਪਨਾ ਵਧੀਆ ਹੋਣੀ ਚਾਹੀਦੀ ਹੈ ਕਲਮ ਦੇ ਵਿੱਚ ਵੀ ਜ਼ੋਰ ਹੋਣਾ ਚਾਹੀਦਾ ਮਤਲਬ ਇਹੋ ਜਿਹੇ ਸ਼ਬਦ ਉਹ ਯੂਜ਼ ਕਰੇ ਜੋ ਕਿ ਪ੍ਰਵਾਸੀ ਧਰਤੀ ਪਰਿਵਾਸੀ ਜੀਵਨ ਨੂੰ ਵੇਖਣ ਦੀ ਜਿਹੜੀ ਪ੍ਰਬਲ ਰੀਝ ਉਸਦੀ ਹੋਰ ਪੈਦਾ ਕਰੇ ਅੱਗੇ ਦੇਖੋ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਚਾਰ ਹੈ ਕਿ ਸਫ਼ਰਨਾਮਾ ਰਚੇਤਾ ਇੱਕ ਚੇਤਨ ਸਾਹਿਤਕ ਯਾਤਰੀ ਵੀ ਹੈਗਾ ਜਿਸ ਨੂੰ ਅਣਗਾਹੇ ਰਾਹ ਤੇ ਨਵੀਆਂ ਮੰਜ਼ਲਾਂ ਸੂਰਜ ਦੀ ਬਰੂਹਾਂ ਤੱਕ ਪਹੁੰਚਣ ਲਈ ਪ੍ਰੇਰ ਰਹੀਆਂ ਨੇ ਇਹ ਨਰਿੰਦਰ ਸਿੰਘ ਕਪੂਰ ਦੇ ਵਿਚਾਰ ਹੈਗੇ ਹੁਣ ਦੇਖੋ ਸਫ਼ਰਨਾਮੇ ਦਾ ਸਭ ਤੋਂ ਵੱਡਾ ਲੇਖਕ ਦਾ ਹੋਣਾ ਚਾਹੀਦਾ ਹੈਗਾ ਵਾ ਕਿ ਉਹ ਇੱਕ ਰਾਜਦੂਤ ਹੀ ਨਹੀਂ ਬਲਕਿ ਅਗਰਦੂਤ ਵੀ ਹੁੰਦਾ ਹੁਣ ਅਗਰਦੂਤ ਮਤਲਬ ਹੁੰਦਾ ਹੈ ਕਿ ਦੋ ਜਿਹੜੇ ਸੱਭਿਆਚਾਰ ਹੁੰਦੇ ਨੇ ਉਹਨਾਂ ਦੇ ਵਿਚਕਾਰ ਜਿਹੜੀ ਵਿੱਥ ਹੁੰਦੀ ਹੈ ਉਹਨਾਂ ਨੂੰ ਘਟਾਉਣ ਦਾ ਉਹ ਯਤਨ ਕਰਦਾ ਹੈਗਾ ਵਾ ਜਿਵੇਂ ਹੁਣ ਅਗਰ ਉਹ ਲਿਖਦਾ ਹੈਗਾ ਵਾ ਜਿਹੜੇ ਉਸਨੂੰ ਪੜ੍ਹਦੇ ਨੇ ਉਹਨਾਂ ਨੂੰ ਦੂਸਰੇ ਸੱਭਿਆਚਾਰ ਬਾਰੇ ਨੌਲੇਜ ਮਿਲਦੀ ਹੈਗੀ ਹੈ ਤਾਂ ਉਹ ਕੀ ਕਹਿੰਦੇ ਉੱਥੋਂ ਬਾਰੇ ਜਾਣਨ ਦੇ ਹੋਰ ਉਤਸੁਕ ਹੋ ਜਾਂਦੇ ਹੈਗੇ ਨੇ ਠੀਕ ਹੈ ਉਹ ਤੇ ਸੋ ਸੁਯੋਗ ਸਫ਼ਰਨਾਮਾਕਾਰ ਉਹ ਸੈਲਾਨੀ ਬਣ ਸਕਦਾ ਹੈ ਜਿਹੜੇ ਅਜਿਹੇ ਗੁਣਾਂ ਦੇ ਨਾਲ ਸੁਸ਼ੋਭਿਤ ਹੋਵੇ ਜਿਹੜੇ ਕਿ ਪਰਦੇਸ ਗਮਨ ਦੀਆਂ ਮੰਜ਼ਲਾਂ ਮਾਰਨ ਲਈ ਸਮਰਪਣ ਭਾਵਨਾ ਵੀ ਨਾਲ ਵੀ ਉਹ ਤਤਪਰ ਇੱਕ ਤਰੀਕੇ ਦੇ ਨਾਲ ਹੋਵੇ ਠੀਕ ਹੈ ਇਸ ਤੋਂ ਇਲਾਵਾ ਉਹ ਬੇਪਰਵਾਹੀ ਤੇ ਮੋਹ ਦੇ ਮਾਹੌਲ ਵਿੱਚ ਵਿਚਰਦਾ ਹੋਇਆ ਜ਼ਿੰਦਗੀ ਦੇ ਪ੍ਰਤੀ ਇੱਕ ਖਾਸ ਦ੍ਰਿਸ਼ਟੀਕੋਣ ਵੀ ਰੱਖਦਾ ਹੋਵੇ ਇਹ ਦ੍ਰਿਸ਼ਟੀਕੋਣ ਹੀ ਆਪ ਦੀ ਜੀਵਨ ਫਿਲਾਸਫੀ ਤੇ ਕੀ ਹੈਗਾ ਵਾ ਇੱਕ ਤਰੀਕੇ ਦੇ ਨਾਲ ਜੀਵਨ ਦਰਸ਼ਨ ਹੁੰਦਾ ਹੈ ਸੋ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ ਦੋ ਸੱਭਿਆਚਾਰਾਂ ਦੇ ਵਿੱਚ ਉਹ ਵਿੱਥ ਜਿਹੜੀ ਹੈਗੀ ਆ ਘਟਾਉਣ ਦਾ ਵੀ ਉਸਨੂੰ ਯਤਨ ਜਿਹੜਾ ਕਰਨਾ ਚਾਹੀਦਾ ਹੈ ਸਾਹਿਤਕ ਕੋਸ਼ ਤੇ ਲਿਖਿਆ ਹੈ ਕਿ ਸਾਹਿਤ ਯਾਤਰੀ ਸਫ਼ਰਨਾਮਾ ਦੇ ਕੇਂਦਰ ਵਿੱਚ ਹੁੰਦਾ ਹੋਇਆ ਵੀ ਪ੍ਰਧਾਨ ਤੇ ਪ੍ਰਮੁੱਖ ਨੇ ਹੁੰਦਾ ਮਤਲਬ ਜਿਹੜਾ ਲਿਖਦਾ ਹੈਗਾ ਵਾ ਕਿਉਂਕਿ ਦੇਖੋ ਉਸਨੇ ਅਗਰ ਜਾਣਾ ਹੈ ਤਾਂ ਦੂਸਰੀ ਜਗ੍ਹਾ ਦੇ ਬਾਰੇ ਲਿਖਣਾ ਹੈਗਾ ਨਾ ਕਿ ਆਪਣੇ ਬਾਰੇ ਹੁਣ ਮੈਂ ਅਗਰ ਕਿਤੇ ਜਾਣੀ ਹਾਂ ਮੈਂ ਆਪਣੇ ਬਾਰੇ ਨਹੀਂ ਲਿਖਾਂਗੀ ਮੈਂ ਇਹ ਲਿਖਾਂਗੀ ਕਿ ਉੱਥੇ ਕਿਹੜੀ ਕਿਹੜੀ ਚੀਜ਼ ਵਧੀਆ ਹੈਗੀ ਹੈ ਕਿਸ ਚੀਜ਼ ਦੇ ਬਾਰੇ ਕੀ ਚੀਜ਼ਾਂ ਸਹੀ ਹੈਗੀਆਂ ਨੇ ਹੁਣ ਜੇਕਰ ਮੈਂ ਉੱਥੇ ਆਪਣੇ ਬਾਰੇ ਥੋੜੀ ਜਾਣਕਾਰੀ ਦੇਣ ਲੱਪਾਂ ਤਾਂ ਉਹ ਗਲਤ ਹੋ ਜਾਏਗਾ ਠੀਕ ਹੈ ਸੋ ਇਸ ਦੇ ਵਿੱਚ ਸਫ਼ਰਨਾਮੇ ਦੇ ਗੁਣ ਘੱਟ ਜਾਣਗੇ ਤੇ ਸਵੈ ਜੀਵਨੀ ਵਾਲੇ ਗੁਣ ਜ਼ਿਆਦਾ ਹੋ ਜਾਣਗੇ ਜੋ ਕਿ ਗਲਤ ਹੈਗਾ ਸੋ ਸਫ਼ਰਨਾਮਾ ਲੇਖ ਆਪਾਂ ਆਪਣਾ ਕੀ ਹੈ ਇੱਥੇ ਪਿੱਛੇ ਰੱਖਦਾ ਹੈ ਸਿਰਫ ਉੱਥੋਂ ਦੀਆਂ ਚੀਜ਼ਾਂ ਬਾਰੇ ਉੱਥੋਂ ਦੇ ਜਗ੍ਹਾ ਸਥਾਨ ਸਮਾਂ ਘਟਨਾਵਾਂ ਇਹਨਾਂ ਬਾਰੇ ਜਾਣਕਾਰੀ ਉਹ ਦਿੰਦਾ ਹੈਗਾ ਹੁਣ ਦੇਖੋ ਸਫ਼ਰਨਾਮੇ ਦੇ ਰਚਨਾਤਮਕ ਤੱਤ ਕਿਹੜੇ ਹੁੰਦੇ ਨੇ ਕਿਹੜੇ ਕਿਹੜੇ ਤੱਤ ਇਸ ਦੇ ਵਿੱਚ ਕਾਰਜਸ਼ੀਲ ਹੁੰਦੇ ਨੇ ਹੁਣ ਤਾਂ ਕਹਿੰਦੇ ਕਈ ਤਰ੍ਹਾਂ ਦੇ ਤੱਤ ਇਸ ਦੇ ਵਿੱਚ ਕਾਰਜਸ਼ੀਲ ਹੁੰਦੇ ਨੇ ਤੇ ਹਰੇਕ ਸਫ਼ਰਨਾਮਾ ਜਿਹੜਾ ਹੁੰਦਾ ਹੈ ਇੱਕ ਵਿਲੱਖਣ ਹੁੰਦਾ ਹੈ ਹਰ ਇੱਕ ਆਪਣੀ ਅਲੱਗ ਤਰੀਕੇ ਦੇ ਨਾਲ ਸਫ਼ਰਨਾਮਾ ਲਿਖਦਾ ਹੈਗਾ ਪਰੰਤੂ ਕੁਝ ਤੱਤ ਹੁੰਦੇ ਨੇ ਜਿਹੜੇ ਕਿ ਸਾਹਿਤਕ ਸੰਰਚਨਾ ਲਈ ਜ਼ਰੂਰੀ ਨੇ ਜਿਸ ਤੋਂ ਬਿਨਾਂ ਸਫ਼ਰਨਾਮੇ ਦੀ ਜਿਹੜੀ ਰਚਨਾ ਹੈਗੀ ਉਹ ਸੰਭਵ ਨਹੀਂ ਹੋ ਸਕਦੀ ਹੁਣ ਸਭ ਤੋਂ ਪਹਿਲਾਂ ਉਸ ਦੇ ਵਿੱਚ ਤੱਤ ਆਉਂਦਾ ਹੈ ਭੂਗੋਲਿਕ ਵਿਵਰਣ ਭੂਗੋਲਿਕ ਵਿਵਰਣ ਮਤਲਬ ਆ ਜਾਂਦਾ ਹੈਗਾ ਵਾ ਜਦੋਂ ਸੈਲਾਨੀ ਸਫ਼ਰ ਅਤੇ ਸੈਰ ਲਈ ਰਵਾਨਾ ਹੁੰਦਾ ਹੈ ਕਿਸੇ ਦੇਸ਼ ਦੀ ਭੂਖੰਡ ਜਾਂ ਕਿਸੇ ਟਾਪੂ ਦੇ ਉੱਤੇ ਜਾਂਦਾ ਹੈ ਤਾਂ ਕੀ ਹੈਗਾ ਵਾ ਉੱਥੋਂ ਦੀ ਭੂਗੋਲਿਕ ਸਥਿਤੀ ਚੌਗਿਰਦੇ ਦਾ ਜੋ ਅਨੁਭਵ ਕਰਦਾ ਹੈਗਾ ਵਾ ਉਸਦੇ ਬਾਰੇ ਵੀ ਉਹ ਨੌਲੇਜ ਦਿੰਦਾ ਹੈਗਾ ਵਾ ਜਿਵੇਂ ਹੁਣ ਤੁਸੀਂ ਕਹਿ ਸਕਦੇ ਹੋ ਕਿ ਹੱਦਬੰਦੀ ਜਿਵੇਂ ਕਹਿ ਸਕਦੇ ਹੋ ਨਾ ਕਿ ਇਸਦੀ ਹੱਦਬੰਦੀ ਕਿੱਥੋਂ ਤੱਕ ਲੱਗਦੀ ਗਈ ਹੈ ਕਿਹੜੇ ਕਿਹੜੇ ਰਾਜ ਇਸ ਦੇ ਨਾਲ ਲੱਗਦੇ ਕਿ ਨੇ ਤੇ ਇਹ ਕਿਉਂ ਅਗਰ ਹੱਦਬੰਦੀ ਇਹਨਾਂ ਦੀ ਨਿਸ਼ਚਿਤ ਕੀਤੀ ਗਈ ਜੇਕਰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਦੇ ਬਾਰੇ ਵੀ ਉਹ ਅੰਕਿਤ ਉੱਥੇ ਕਰਦੇ ਹੈਗੇ ਨੇ ਕਿ ਇਹ ਬਾਰਡਰ ਏਰੀਆ ਇਸ ਕਰਕੇ ਇੱਥੇ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸੋ ਇਹ ਚੀਜ਼ ਵੀ ਉੱਥੇ ਨੌਲੇਜ ਹੋਣੀ ਚਾਹੀਦੀ ਹੈਗੀ ਹੈ ਸਫ਼ਰਨਾਮਾ ਜਿਸ ਦੇਸ਼ ਭੂਖੰਡ ਵਿੱਚ ਜਾਂਦਾ ਹੈ ਉਹ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਉਸਨੂੰ ਵੇਖਦਾ ਹੈ ਉਸਨੂੰ ਉਸੇ ਤਰੀਕੇ ਨਾਲ ਸਫ਼ਰਨਾਮੇ 'ਚ ਪੇਸ਼ ਕਰਦਾ ਹੈ ਇਹ ਵੀ ਹੋ ਸਕਦਾ ਉੱਥੋਂ ਦੀ ਇਹਨਾਂ ਦੇ ਚਸ਼ਮੇ ਪਹਾੜ ਇਹਨਾਂ ਦੀ ਖੂਬਸੂਰਤੀ ਜਿਹੜੀ ਹੈਗੀ ਆ ਉਹਨਾਂ ਨੂੰ ਵੀ ਉਹ ਜਾਣੂ ਕਰਵਾਉਂਦਾ ਹੈ ਕਿ ਜਿੱਥੇ ਜਿੱਥੇ ਸਨਸੈਟ ਹੁੰਦਾ ਹੈ ਜਾਂ ਕਿਤੇ ਸਨਰਾਈਜ਼ ਅਗਰ ਕਿਤੇ ਦਾ ਮਸ਼ਹੂਰ ਹੈਗਾ ਉੱਥੇ ਜਾ ਕੇ ਦੇਖਣਾ ਇਹ ਚੀਜ਼ਾਂ ਵੀ ਉਸਨੂੰ ਪੇਸ਼ ਕਰਨੀਆਂ ਚਾਹੀਦੀਆਂ ਹੁਣ ਸੰਸਥਾਵਾਂ ਦੇਖੋ ਸੰਸਥਾਵਾਂ ਹੁੰਦੀਆਂ ਨੇ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਉੱਥੋਂ ਦਾ ਵਿਦਿਅਕ ਵਿਦਿਅਕ ਧਾਰਮਿਕ ਪਰਿਵਾਰਕ ਅਤੇ ਸਿਹਤ ਸੰਬੰਧੀ ਜਿਵੇਂ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਉੱਥੇ ਨੌਲੇਜ ਦੇਣਾ ਹੁਣ ਦੇਖੋ ਕਈਆਂ ਦੀ ਨਾ ਆਦਤ ਹੁੰਦੀ ਹੈ ਕਿਸੇ ਚੀਜ਼ ਦੇ ਬਾਰੇ ਜ਼ਿਆਦਾ ਉਤਸੁਕ ਹੋਣ ਦੀ ਹੁਣ ਕੋਈ ਅਗਰ ਪੜ੍ਹਾਈ ਵਿਖਾਈ ਜਿਹੜਾ ਲੇਖਕ ਹੁੰਦਾ ਹੈ ਜਿਹੜਾ ਲੇਖਕ ਹੁੰਦਾ ਹੈ ਉਹ ਕੀ ਹੁੰਦਾ ਵਾ ਉਸਨੂੰ ਜ਼ਿਆਦਾਤਰ ਕੀ ਹੁੰਦਾ ਵਾ ਕਿ ਕਿਤਾਬਾਂ ਵਗੈਰਾ ਬਾਰੇ ਜ਼ਿਆਦਾ ਉਸਨੂੰ ਨੌਲੇਜ ਹੁੰਦੀ ਹੈ ਸੋ ਉਹੋ ਜਿਹੀ ਜਗ੍ਹਾ ਦੀ ਵੀ ਉੱਥੇ ਖੋਜ ਕਰਦਾ ਹੈਗਾ ਜ਼ਰੂਰ ਜੀ ਉੱਥੇ ਜਾ ਕੇ ਉਸਨੂੰ ਉਹੋ ਜਿਹੀ ਚੀਜ਼ਾਂ ਉੱਥੇ ਮਿਲਣ ਯਾਨੀ ਕਿ ਲਾਇਬ੍ਰੇਰੀ ਸੋ ਉੱਥੇ ਜਾ ਕੇ ਉਹ ਲਾਇਬ੍ਰੇਰੀਜ਼ ਵਗੈਰਾ ਦੇ ਬਾਰੇ ਵੀ ਉੱਥੇ ਨੌਲੇਜ ਦਿੰਦਾ ਅਗਰ ਵਧੀਆ ਉੱਥੇ ਹੋਵੇ ਸੋ ਇਹ ਕਿ ਜਿਸ ਦੇ ਵਿੱਚ ਇੰਟਰਸਟ ਹੁੰਦਾ ਉੱਥੋਂ ਦੀਆਂ ਸੰਸਥਾਵਾਂ ਬਾਰੇ ਜ਼ਰੂਰ ਨੌਲੇਜ ਦਿੰਦਾ ਹੈਗਾ ਜਾਂ ਫਿਰ ਅਗਰ ਨੌਲੇਜ ਮਤਲਬ
ਇੰਟਰਸਟ ਨਾ ਤਾਂ ਵੀ ਹੋਵੇ, ਤਾਂ ਵੀ ਸਾਨੂੰ ਉੱਥੋਂ ਦੇ ਕਿਤੇ ਨਾ ਕਿਤੇ ਗੱਲ ਆ ਹੀ ਜਾਂਦੀ ਹੈ ਕਿ ਲਾਅ ਇੱਥੋਂ ਦਾ ਕਿਸ ਤਰ੍ਹਾਂ ਦਾ ਹੈਗਾ, ਡਾਕਟਰੀ ਸਹੂਲਤਾਂ ਕਿਸ ਤਰੀਕੇ ਦੀਆਂ ਹੈਗੀਆਂ ਵਾ, ਤੇ ਦਵਾਈਆਂ ਸਿਹਤ ਸੰਸਥਾਵਾਂ ਇੱਥੇ ਕਿਸ ਤਰ੍ਹਾਂ ਕੰਮ ਕਰਦੀਆਂ ਹੈਗੀਆਂ ਨੇ, ਕਿਉਂਕਿ ਬਾਈ ਚਾਂਸ ਅਭੀ ਨਬੀ ਕਈ ਵਾਰੀ ਹੋ ਜਾਂਦੀ ਹੈ ਤਾਂ ਉੱਥੋਂ ਦੀਆਂ ਚੀਜ਼ਾਂ ਬਾਰੇ ਵੀ ਸਾਨੂੰ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਹੈ। ਸੋ ਇਹ ਜ਼ਰੂਰ ਹੁੰਦਾ ਹੈਗਾ ਵਾ ਕਿ ਜਿਸ ਦੇ ਵਿੱਚ ਇੰਟਰਸਟ ਹੁੰਦਾ ਹੈ, ਚਾਹੇ ਉਹ ਛੋਟੀ ਤੋਂ ਛੋਟੀ ਚੀਜ਼ ਕਿਸੇ ਦੇ ਕਾਰਖਾਨਿਆਂ ਦੇ ਵਿੱਚ ਕਿਸੇ ਕਿਸੇ ਚੀਜ਼ ਦੇ ਵਿੱਚ, ਤਾਂ ਉੱਥੋਂ ਦੀ ਚੀਜ਼ ਦੇ ਬਾਰੇ ਜ਼ਰੂਰ ਉਹ ਉੱਥੇ ਜਾ ਕੇ ਜ਼ਰੂਰ ਉਸ ਚੀਜ਼ ਦੇ ਬਾਰੇ ਨੌਲੇਜ ਜ਼ਰੂਰ ਦਿੰਦਾ ਹੈ, ਉਹਨੂੰ ਲੱਭਦਾ ਹੈ ਕਿ ਇੱਥੇ ਵੀ ਇਹੋ ਜਿਹੀ ਚੀਜ਼ਾਂ ਹੈ, ਤਾਂ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਦੇਸ਼ ਦੀ ਉਹਨਾਂ ਦੇ ਨਾਲ। ਜਿਵੇਂ ਹੁਣ ਦੇਖੋ ਬਲਵੰਤ ਗਾਰਗੀ ਆਪਣੀ ਅਮਰੀਕਾ ਯਾਤਰਾ ਦੌਰਾਨ ਗ੍ਰੀਨਿਚ ਵਿਲੇਜ ਦੀ ਥਾਂ ਲੱਭਦਾ ਨੇ, ਤਾਂ ਉੱਥੇ ਆਪਣੇ ਸਫ਼ਰਨਾਮੇ ਦੇ ਵਿੱਚ ਉਸਦਾ ਵਰਣਨ ਕਰਦੇ ਨੇ। ਜਸਵੰਤ ਸਿੰਘ ਨੇਕੀ ਨੇ ਵੀ ਯੂਰਪ ਫੇਰੀ ਦੌਰਾਨ ਆਪਣਾ ਧਿਆਨ ਸਿਹਤ ਸੰਸਥਾਵਾਂ ਤੇ ਦਵਾਈਆਂ ਬਣਾਉਂਦੇ ਕਾਰਖਾਨਿਆਂ ਤੇ ਕੇਂਦਰਿਤ ਕੀਤਾ ਸੀ। ਸੋ ਇਸ ਤਰੀਕੇ ਨਾਲ ਉਹਨਾਂ ਜਿਹੜੀਆਂ ਸੰਸਥਾਵਾਂ ਦੇ ਬਾਰੇ ਵੀ ਕਈ ਵਾਰੀ ਇਸ ਦੇ ਵਿੱਚ ਨੌਲੇਜ ਵਗੈਰਾ ਦੇ ਦਿੰਦੇ ਨੇ। ਹੁਣ ਦੇਖੋ ਉਪਜ ਦੇ ਉਤਪਾਦਨ ਦੇ ਬਾਰੇ। ਹੁਣ ਸਫਰਨਾਮਾਕਾਰ ਜੇਕਰ ਕੋਈ ਅਰਥ ਸ਼ਾਸਤਰੀ ਹੋਵੇ ਤਾਂ ਫਿਰ ਉੱਥੋਂ ਦੇ ਉਪਜ ਦੇ ਉਤਪਾਦਨ ਬਾਰੇ ਜ਼ਰੂਰ ਨੌਲੇਜ ਦੇਗਾ। ਹੁਣ ਜਿਵੇਂ ਉੱਥੇ ਕਿਸ ਤਰੀਕੇ ਦੇ ਕਾਰਖਾਨੇ ਨੇ, ਦਸਤਕਾਰੀ ਕਿਸ ਤਰੀਕੇ ਦੀ ਹੈਗੀ ਆ, ਲੋਕੀ ਕੰਮਕਾਰ ਕਿਸ ਤਰ੍ਹਾਂ ਕਰਦੇ ਹੈਗੇ ਨੇ, ਕਿਸ ਤਰੀਕੇ ਦੇ ਕੱਪੜੇ ਪਾਉਂਦੇ ਨੇ, ਉਪਜ ਕਿਸ ਤਰ੍ਹਾਂ ਦੀ ਹੈਗੀ ਆ, ਵਧੀਆ ਹੈ, ਉਹਨਾਂ ਦੀ ਆਪਣੇ ਦੇਸ਼ ਦੀ ਉਪਜ ਦੇ ਨਾਲ ਕੰਪੈਰੀਜ਼ਨ ਕਰਦੇ ਨੇ। ਅਗਰ ਕਿਸਾਨ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਇੱਥੇ ਬਾਰੇ ਕੀ ਗਿਆ, ਉਹਨਾਂ ਦੀ ਸੁੱਖ ਸਹੂਲਤਾਂ ਦਾ ਕਿਸ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈਗਾ ਵਾ। ਸੋ ਇਸੇ ਲਈ ਕਿਸੇ ਮੁਲਕ ਦੀ ਕਹਿੰਦੇ ਉਪਜ ਤੇ ਉਤਪਾਦਨ ਬਾਰੇ ਜਾਣਕਾਰੀ ਵੀ ਇਸ ਦਾ ਇੱਕ ਤੱਤ ਜ਼ਰੂਰ ਹੁੰਦਾ ਹੈ। ਵਿਵਸਥਾ ਤੇ ਰਾਜ ਪ੍ਰਬੰਧ ਬਾਰੇ ਗੱਲ ਆ ਗਈ ਹੈ ਕਿ ਆਪਣੀ ਯਾਤਰਾ ਦੌਰਾਨ ਸੈਲਾਨੀ ਜਿਹੜੇ ਹੈਗੇ ਆ ਕਿਸੇ ਮੁਲਕ ਦੇ ਰਾਜਨੀਤਿਕ ਪ੍ਰਬੰਧ ਅਰਥਾਤ ਉੱਤੋਂ ਦੀ ਹੁਕੂਮਤ ਤੇ ਵਿਵਸਥਾ ਬਾਰੇ ਵੀ ਜਾਣਨ ਦਾ ਇੱਛੁਕ ਜ਼ਰੂਰ ਹੁੰਦਾ ਹੈ। ਤੇ ਇਹ ਚੀਜ਼ਾਂ ਵੀ ਗੱਲਾਂ ਸੁਭਾਵਿਕ ਤੌਰ ਤੇ ਧਿਆਨ ਖਿੱਚਦੀਆਂ ਨੇ। ਜਿਵੇਂ ਜਸਵੰਤ ਸਿੰਘ ਨੇਕੀ ਨੇ ਆਪਣੀ ਯੂਰਪ ਫੇਰੀ ਨਾਲ ਸੰਬੰਧਿਤ ਸਫ਼ਰਨਾਮੇ 'ਚ ਰੂਸ ਦੇ ਇੱਕ ਹਵਾਈ ਅੱਡੇ ਤੇ ਕੋਕਾ ਕੋਲਾ ਮੰਗਣ ਉਪਰੰਤ ਪੈਦਾ ਹੋਏ ਬਖੇੜੇ ਦਾ ਵਰਣਨ ਕੀਤਾ ਹੈ। ਕਿਉਂਕਿ ਕਈ ਦੇਸ਼ਾਂ ਦੀ ਨਾ ਕਈ ਇਹੋ ਜਿਹੀ ਪਾਲਿਸੀਜ਼ ਹੁੰਦੀਆਂ ਨੇ, ਕਿਤੇ ਤੁਸੀਂ ਕਿਸੇ ਚੀਜ਼ ਦਾ ਨਾਮ ਨਹੀਂ ਲੈ ਸਕਦੇ, ਕੋਈ ਚੀਜ਼ ਮੰਗ ਨਹੀਂ ਸਕਦੇ, ਉੱਥੇ ਇਹ ਚੀਜ਼ ਕਹਿਣੀ ਗਲਤ ਹੁੰਦੀ ਹੈ। ਸੋ ਹੁਣ ਜਿਹੜਾ ਬਾਹਰੋਂ ਆਇਆ ਉਹਨੂੰ ਨਹੀਂ ਪਤਾ ਹੁੰਦਾ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਹ ਵੀ ਇੱਕ ਤੱਤ ਜ਼ਰੂਰ ਹੁੰਦਾ ਹੈ ਕਿ ਉੱਥੋਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰਾਜਨੀਤਿਕ ਜਾਂ ਵਿਵਸਥਾ ਬਾਰੇ ਜ਼ਰੂਰ ਦੱਸੇ, ਕਿਉਂਕਿ ਅਗਰ ਕੋਈ ਕੱਲ ਨੂੰ ਜਾਵੇ ਤਾਂ ਉਸਨੂੰ ਕੋਈ ਪ੍ਰੋਬਲਮ ਨਾ ਹੋਵੇ। ਵੈਸੇ ਤਾਂ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਦਾ ਹਰ ਇੱਕ ਚੀਜ਼ ਪਤਾ ਲੱਗ ਜਾਂਦੀ ਹੈ, ਤਾਂ ਵੀ ਤੇ ਰੂਸੀ ਸਮਾਜਵਾਦ ਦੀਆਂ ਬਰਕਤਾਂ ਦਾ ਵਰਣਨ ਆਪਣੀ ਉਹਨਾਂ ਨੇ ਸਫ਼ਰਨਾਮਿਆਂ 'ਚ ਕੀਤਾ ਸੀ। ਹੁਣ ਦੇਖੋ ਕਿਸੇ ਵਿਸ਼ੇਸ਼ ਮੁਲਕ ਦੀ ਅਨੁਸ਼ਾਸਨ ਸੁਰੱਖਿਆ ਕਾਇਮ ਰੱਖਣ ਲਈ ਕਿਸ ਤਰ੍ਹਾਂ ਪੁਲਿਸ ਤੇ ਫੌਜ ਦਾ ਪ੍ਰਬੰਧ ਹੁੰਦਾ ਹੈ। ਜਿਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਿਸ ਤਰ੍ਹਾਂ ਪੁਲਿਸ ਤਿਆਰ ਹੁੰਦੀ ਹੈ, ਅਗਰ ਕੋਈ ਪ੍ਰੋਬਲਮ ਹੁੰਦੀ ਹੈ ਉਸੇ ਤਰੀਕੇ ਨਾਲ ਉੱਥੇ ਹੈਂਡਲ ਕਰਦੀ ਹੈ। ਸੋ ਇਹ ਚੀਜ਼ ਵੀ ਜ਼ਰੂਰ ਤੱਤ ਦੇ ਰੂਪ ਚ ਆਉਂਦੀ ਹੈ। ਤਰਜ਼ੇ ਜ਼ਿੰਦਗੀ ਜਾਂ ਜੀਵਨ ਜਾਂ ਮੁਲਕ ਦੀ ਹੁਣ ਯਾਤਰਾ ਤੇ ਜਾਣ ਵਾਲੇ ਸੈਲਾਨੀ ਦਾ ਉਸ ਮੁਲਕ ਦੀ ਜਿਹੜੀ ਤਰਜ਼ੇ ਜ਼ਿੰਦਗੀ ਨਾਲ ਸਿੱਧਾ ਵਾਬਨ, ਮਤਲਬ ਉੱਥੋਂ ਦੇ ਰਹਿਣ ਸਹਿਣ, ਖਾਣ ਪੀਣ, ਰਿਸ਼ਤੇ ਨਾਤੇ, ਰਸਮ ਰਿਵਾਜ, ਇਹ ਸਾਰਾ ਲੇਖਕ ਆਪਣੀ ਆਲੋਚਨਾਤਮਕ ਜਾਂ ਫਿਰ ਵਿਸ਼ਲੇਸ਼ਣਾਤਮਕ ਦ੍ਰਿਸ਼ਟੀ ਤੋਂ ਉਸਨੂੰ ਵਾਜਦਾ ਤੇ ਪੇਸ਼ ਕਰਦਾ ਹੈ। ਸੋ ਮੇਨ ਇੱਕ ਸਫ਼ਰਨਾਮਾਕਾਰ ਇਹੋ ਹੀ ਹੁੰਦਾ ਹੈ ਜੇਕਰ ਦੂਸਰੇ ਸੱਭਿਆਚਾਰ ਦੇ ਦਰਸ਼ਨ ਆਪਣੀ ਕਲਮ ਦੇ ਥਰੂ ਵਧੀਆ ਤਰੀਕੇ ਦੇ ਨਾਲ ਕਰਵਾ ਸਕੇ, ਤਾਂ ਕਿ ਜਿਹੜਾ ਪਾਠਕ ਹੈਗਾ ਉਸਨੂੰ ਪੜ੍ਹੇ ਤੇ ਉਸਨੂੰ ਉਸ ਨਾਲ ਜ਼ਿਆਦਾ ਨੌਲੇਜ ਉਸਦੀ ਗ੍ਰਹਿਣ ਹੋਵੇ, ਤੇ ਇਹ ਜਿਹੜੀ ਉਤਸੁਕਤਾ ਉਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ 'ਚ ਸਫ਼ਰਨਾਮਾਕਾਰ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪਾਠਕ ਦੀ ਇਸ ਭੁੱਖ ਨੂੰ ਮਿਟਾਵੇ। ਅੱਗੇ ਆਏ ਤਾਂ ਇੱਕ ਦ੍ਰਿਸ਼ਾਵਲੀ ਤੇ ਅਜੂਬੇ। ਹੁਣ ਦੇਖੋ ਕਈ ਜਗ੍ਹਾ ਦੇ ਉੱਤੇ ਜਿਵੇਂ ਕੁਦਰਤੀ ਦ੍ਰਿਸ਼ ਦਿਲ ਟੁੰਬੇ ਤੇ ਪ੍ਰਭਾਵਸ਼ਾਲੀ ਹੁੰਦੇ ਨੇ। ਸਫ਼ਰਨਾਮਾਕਾਰ ਦਾ ਮੇਨ ਕੀ ਹੁੰਦਾ ਵਾ, ਸ਼ਬਦ ਚਿੱਤਰ ਰਾਹੀਂ ਉਸਨੂੰ ਪੇਸ਼ ਕਰੇ, ਕਿ ਇਹੋ ਜਿਹੇ ਵਰਡ ਪੇਸ਼ ਕਰੇ ਕਿ ਉਸਦਾ ਸਾਰਾ ਦ੍ਰਿਸ਼ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਵਰਣਨ ਹੋਵੇ। ਯਾਤਰਾ ਅਧੀਨ ਮੁਲਕ ਬਾਰੇ ਜਿਹੜੇ ਅਜੂਬੇ ਹੁੰਦੇ ਨੇ ਉਹਨਾਂ ਬਾਰੇ ਰੋਚਕ ਜਾਣਕਾਰੀ ਇਕੱਠੀ ਕਰੇ। ਜਿਵੇਂ ਹੁਣ ਅਮਰੀਕਾ 'ਚ ਡਿਜ਼ਨੀਲੈਂਡ ਤੇ ਵੈਨਕੂਵਰ, ਕੈਨੇਡਾ 'ਚ ਸਕਾਈ ਟ੍ਰੇਨ, ਐਡਮਿੰਟਨ ਕੈਨੇਡਾ 'ਚ ਰੋਲਰ ਕੋਸਟਰ, ਭਾਰਤ ਵਿੱਚ ਤਾਜ ਮਹਿਲ, ਅਜਿਹੇ ਹੀ ਖੂਬਸੂਰਤ ਇੱਕ ਨਮੂਨੇ ਜਾਂ ਅਜੂਬੇ ਕਹਿ ਸਕਦੇ ਨੂੰ। ਕਈ ਜਗ੍ਹਾ ਦੇ ਉੱਤੇ ਹੋਰ ਆ ਜਾਂਦੇ ਹੈਗੇ ਨੇ ਮੀਨਾਰ ਵਗੈਰਾ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਜੋ ਕਿ ਵੇਖਣ ਵਾਲੀਆਂ ਹੁੰਦੀਆਂ ਨੇ, ਉਹਨਾਂ ਦੇ ਬਾਰੇ ਵੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ। ਵਿਰਸਾ ਤੇ ਵਿਰਾਸਤ ਆਪਣੀ ਯਾਤਰਾ ਦੌਰਾਨ ਸੈਲਾਨੀ ਯਾਤਰਾ ਅਧੀਨ ਮੁਲਕ ਦੇ ਵਿਰਸੇ ਤੇ ਵਿਰਾਸਤ ਬਾਰੇ ਜੋ ਕੁਝ ਵੀ ਜਾਣਕਾਰੀ ਦਿੰਦਾ ਹੈ, ਜਿਵੇਂ ਉੱਥੋਂ ਦਾ ਅਗਰ ਉਹ ਕਿਸੇ ਅਜੂਬੇ ਬਾਰੇ ਦੇਖਦਾ ਹੈ ਜਾਂ ਉਸਦੀ ਹਿਸਟਰੀ ਕੀ ਗਈ ਹੈ ਥੋੜੀ ਬਹੁਤੀ ਉਸਦੇ ਬਾਰੇ ਉਹ ਵੀ ਦੱਸਦਾ ਹੈਗਾ। ਅੱਗੇ ਆਇਂਦਾ ਹੈਗਾ ਵਾ ਸਫ਼ਰਨਾਮੇ ਦਾ ਉਦੇਸ਼ ਕੀ ਹੁੰਦਾ ਹੈ। ਮਤਲਬ ਕੀ ਹੁੰਦਾ ਸਫ਼ਰਨਾਮੇ ਦਾ, ਕਿ ਕਿਸੇ ਦੇਸ਼ ਦੇ ਬਾਰੇ ਨੌਲੇਜ ਇਕੱਠੀ ਕਰਕੇ ਦੂਸਰੇ ਨੂੰ ਦੇ, ਠੀਕ ਹੈ, ਤਾਂ ਕਿ ਉਹ ਉਹਨਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਉਹ ਉਹਨੂੰ ਪੜ੍ਹ ਕੇ ਵਧੀਆ ਤਰੀਕੇ ਨਾਲ ਉਸਨੂੰ ਅਨੁਭਵ ਕਰ ਸਕੇ। ਹੁਣ ਦੇਖੋ ਕਹਿੰਦੇ ਪੰਜਾਬੀ ਦੇ ਬਹੁਤ ਸਾਰੇ ਸਫ਼ਰਨਾਮੇ ਬੇਗਾਨੇ ਭੂਖੰਡਾਂ ਨਾਲ ਹੀ ਸੰਬੰਧਿਤ ਨੇ। ਜਿਵੇਂ ਮੇਰਾ ਵਲਾਇਤੀ ਸਫ਼ਰਨਾਮਾ,
परदेस यात्रा, अमरीका दा सफर, रूसी सफरनामा, सच्चो सच। मेन इन्हां दा की हैगा वा कि दूसरे ਜਿਹੜੇ ਦੇਸ਼ ਹੈਗੇ ਨੇ ਉਹਨਾਂ ਦੇ ਬਾਰੇ ਆਪਣੇ ਜਿਹੜੇ ਲਿਖਣੀ ਦੇ ਵਿੱਚ ਲਿਖ ਕੇ ਇੱਕ ਤਰੀਕੇ ਦਾ ਫਰਕ ਜਿਹੜਾ ਹੈਗਾ ਮਿਟਾਇਆ ਜਾ ਸਕੇ। ਸਫਰਨਾਮਾ ਬਹੁਉਦੇਸ਼ੀ ਸਾਹਿਤ ਰਚਨਾ ਮਤਲਬ ਇਸਦਾ ਇੱਕ ਉਦੇਸ਼ ਕਿੰਨੇ ਹੈਗੇ ਨੇ, ਮਨੋਰੰਜਨ ਤੋਂ ਲੈ ਕੇ ਗਿਆਨ ਤੱਕ ਦੀ ਪ੍ਰਾਪਤੀ ਇਸ ਦੇ ਉਦੇਸ਼ਾਂ ਦੇ ਵਿੱਚ ਆਉਂਦੀ ਹੈ। ਸਾਹਿਤ ਕੋਸ਼ ਵਿੱਚ ਲਿਖਿਆ ਹੈ ਕਿ ਸਫਰਨਾਮਾ ਵਰਣਨ ਤੇ ਵੇਰਵੇ ਦੁਆਰਾ ਨਾ ਕੇਵਲ ਆਪਣੇ ਪਾਠਕਾਂ ਦੇ ਮਨ ਪਰਚਾਵੇ ਦੇ ਸਾਧਨ ਬਣਦੇ ਨੇ, ਬਲਕਿ ਆਰਥਿਕ, ਰਾਜਨੀਤੀ, ਵਿਗਿਆਨਿਕ, ਵਪਾਰਿਕ ਇਹਨਾਂ ਦੇ ਵਿੱਚ ਵੀ ਸਹਾਇਕ ਹੁੰਦੇ ਆ। ਹਰ ਇੱਕ ਚੀਜ਼ ਦੇ ਬਾਰੇ ਸਾਨੂੰ ਨੌਲੇਜ ਹੁੰਦੀ ਹੈ ਇੱਥੇ। ਮੈਂ ਕੇਂਦਰਿਤ ਰਚਨਾ ਹੁੰਦੀ ਹੈ, ਸਵੈ ਜੀਵਨੀ ਵਾਂਗ ਸਫਰਨਾਮਾ ਵੀ ਮੈਂ ਕੇਂਦਰਿਤ ਰਚਨਾ ਹੈਗੀ ਹੈ। ਇਸ ਵਿੱਚ ਵੀ ਨਾਇਕ ਤੇ ਲੇਖਕ ਇੱਕੋ ਵਿਅਕਤੀ ਹੁੰਦਾ ਹੈ, ਲਿਖਦਾ ਵੀ ਉਹੀ ਹੈ ਤੇ ਉਹੀ ਘੁੰਮਦਾ ਹੈਗਾ ਵਾ। ਕੇਂਦਰ ਬਿੰਦੂ ਭਾਵੇਂ ਭੂਖੰਡ ਦਾ ਕੁਸ਼ਲ ਬਿਰਤਾਂਤ ਹੈ, ਪਰ ਇਸ ਬਿਰਤਾਂਤ ਨੂੰ ਲੇਖਕ ਮੈਂ ਸ਼ੈਲੀ ਦੇ ਵਿੱਚ ਨਿਭਾਉਂਦਾ ਹੈ। ਵਿਸ਼ਾ ਵਸਤੂ ਲੇਖਕ ਨੇ ਵੇਖੀ ਭਾਲੀ ਹੁੰਦੀ ਹੈ ਤੇ ਇਸ ਵਿਚਲੇ ਵਿਸ਼ੇ ਦੀ ਪ੍ਰਤੀਕਿਰਿਆ ਸੈਲਾਨੀ ਖੁਦ ਹੀ ਪੇਸ਼ ਕਰਦਾ, ਮਤਲਬ ਆਪ ਹੀ ਉਹ ਲੋਚਕ, ਨਾਇਕ, ਦ੍ਰਿਸ਼ਟਾ ਤੇ ਆਪ ਹੀ ਸ੍ਰਿਸ਼ਟਾ ਉਹ ਹੁੰਦਾ ਹੈ। ਮੈਂ ਹੀ ਉਸ ਦੇ ਵਿੱਚ ਤੱਤ ਹੁੰਦਾ ਹੈ। ਸਫ਼ਰਨਾਮੇ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਸਫ਼ਰਨਾਮਾ ਲੇਖਕ ਦੀਆਂ ਯਾਦਾਂ ਦੇ ਤ੍ਰਿਪਤੀ ਦੀ ਪੁਨਰ ਸਿਰਜਣਾ ਕਰਦਾ ਹੈਗਾ, ਕਿਉਂਕਿ ਯਾਤਰਾ ਸਮਾਚਾਰ ਪਹਿਲਾਂ ਯਾਤਰੀ ਦੀਆਂ ਯਾਦਾਂ ਦੇ ਚਿੱਤਰ-ਪਟ ਉੱਤੇ ਅੰਕਿਤ ਹੁੰਦੇ ਨੇ, ਫਿਰ ਸ਼ਾਂਤ ਛਿਨਾਂ ਵਿੱਚ ਯਾਤਰੀ ਉਹਨਾਂ ਨੂੰ ਸ਼ਬਦਬੰਦ ਕਰਕੇ ਉਹਨਾਂ ਦੀ ਪੁਨਰ ਉਸਾਰੀ ਕਰਦਾ ਹੈ। ਮਤਲਬ ਜਿਵੇਂ ਤੁਸੀਂ ਕਿਸੇ ਜਗ੍ਹਾ ਜਾਂਦੇ ਹੋ, ਬਹੁਤ ਹੀ ਜ਼ਿਆਦਾ ਐਕਸਾਈਟਿਡ ਹੋ ਜਾਂਦੇ ਹੋ, ਹਰ ਇੱਕ ਚੀਜ਼ ਤੁਸੀਂ ਦੇਖ ਲੈਂਦੇ ਹੋ, ਬਟ ਬਾਅਦ ਦੇ ਵਿੱਚ ਤੁਸੀਂ ਸ਼ਾਂਤ ਹੋ ਕੇ ਉਸਦੇ ਬਾਰੇ ਲਿਖਣਾ ਸ਼ੁਰੂ ਕਰਦੇ ਹੋ, ਤੁਸੀਂ ਕੀ ਕੀ ਦੇਖਿਆ ਹੈ। ਅੱਗੇ ਆ ਜਾਂਦਾ ਭਾਸ਼ਾ ਤੇ ਕਲਾ ਸ਼ੈਲੀਆਂ, ਕਿਹੜੇ ਕਿਹੜੇ ਸ਼ਬਦ ਕਿਸ ਤਰੀਕੇ ਨਾਲ ਯੂਜ਼ ਕੀਤੇ ਆ। ਸਾਹਿਤਕਤਾ ਨਿਰਜਨ ਦੇ ਸਫ਼ਰਨਾਮੇ ਦੀ ਰੂਹ ਹੈਗੀ ਹੈ, ਮਤਲਬ ਇਹ ਸਾਹਿਤਕ ਹੈਗਾ। ਸਾਹਿਤਕ ਸੰਪੂਰਨਤਾ ਤੋਂ ਬਿਨਾਂ ਸਫ਼ਰਨਾਮਾ ਮਹਿਜ਼ ਕਿਸੇ ਮੁਲਕ ਦੇ ਨਾਵਾਂ ਥਾਵਾਂ ਵੇਰਿਆਂ ਦੀ ਕੜਮਸੀ ਹੀ ਬਣ ਜਾਏਗਾ। ਸਾਹਿਤਕ ਸੰਪੂਰਨਤਾ ਪ੍ਰਦਾਨ ਕਰਨ ਲਈ ਸਫ਼ਰਨਾਮਾ ਲੇਖਕ ਕਈ ਤਰ੍ਹਾਂ ਦੀਆਂ ਕਲਾਤਮਕ ਯੁਕਤਾਂ ਦੀ ਵੀ ਵਰਤੋਂ ਕਰਦਾ ਹੈ। ਅਜਿਹੀਆਂ ਕਲਾ ਯੁਕਤਾਂ ਦੇ ਵਿੱਚ ਭਾਸ਼ਾਈ ਖੂਬੀਆਂ, ਮਤਲਬ ਭਾਸ਼ਾ ਵਧੀਆ ਹੋਵੇ, ਸੋਹਜ ਸੁੰਦਰ ਸ਼ਬਦਾਵਲੀ ਹੋਵੇ, ਵੰਨ-ਸੁਵੰਨੀ ਬਿੰਬਾਵਲੀ ਹੋਵੇ, ਸੱਜਰੇ ਪ੍ਰਤੀਕ ਚਿੰਨ੍ਹ ਹੋਣ, ਰੋਚਕ ਪ੍ਰਕਿਰਤੀ ਚਿਤਰਣ ਹੋਵੇ, ਸਥਾਨਕ ਅਖਾਣ ਮੁਹਾਵਰੇ ਉਲੇਖਣਯੋਗ ਹੈ, ਜਿਨ੍ਹਾਂ ਦੀ ਓਰ ਲੈ ਕੇ ਉਹ ਆਪਣੇ ਵਿਸ਼ੇ ਵਸਤੂ ਅਨੁਭਵ ਤੇ ਅਹਿਸਾਸਾਂ ਨੂੰ ਸਾਕਾਰ ਕਰਦਾ ਹੈ। ਮਤਲਬ ਹਰ ਇੱਕ ਤਰੀਕੇ ਦੀ ਕਲਾ ਯੁਕਤ ਵਰਤ ਕੇ ਆਪਣੇ ਸਫ਼ਰਨਾਮੇ ਨੂੰ ਰੋਚਕ ਬਣਾਉਂਦਾ ਹੈ। ਹੁਣ ਇਸ ਦੇ ਵਿੱਚ ਜਿਵੇਂ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ ਇੱਥੇ, ਲਾਲ ਸਿੰਘ ਹਮਲਾ ਅਕਾਲੀ ਦੀ ਪ੍ਰਕਿਰਤੀ ਚਿਤਰਣ ਬਾਰੇ, ਨਰਿੰਦਰ ਸਿੰਘ ਕਪੂਰ ਨੇ ਅਲੰਕਾਰਿਕ ਵਰਣਨ ਇੱਥੇ ਦਿੱਤਾ ਹੋਇਆ ਹੈ, ਤੇ ਇੱਕ ਹੋਰ ਸਾਡੇ ਕੋਲ ਆ ਜਾਂਦਾ ਹੈਗਾ ਇਹਦੇ ਵਿੱਚ। ਠੀਕ ਹੈ, ਹੁਣ ਸਫ਼ਰਨਾਮੇ ਦੀ ਰਚਨਾ ਤਕਨੀਕ ਦੇ ਸੰਦਰਭ ਵਿੱਚ ਕਲਾ ਸ਼ੈਲੀਆਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਸਫ਼ਰਨਾਮਾ ਇੱਕ ਗਦਾਤਮਿਕ ਰਚਨਾ ਹੈਗੀ ਆ, ਬਿਰਤਾਂਤਕ ਜਾਂ ਵਰਣਨਾਤਮਕ ਕਹਿ ਸਕਦੇ ਹੋ। ਇਸ ਦੀ ਸਿਰਜਣਾ ਲਈ ਵਾਰਤਕ ਸ਼ੈਲੀ ਦਾ ਬਹੁਤ ਯੋਗਦਾਨ ਹੈਗਾ। ਵੱਖ-ਵੱਖ ਸ਼ੈਲੀਆਂ ਵੀ ਇਸ ਦੇ ਵਿੱਚ ਮਿਲਦੀਆਂ ਨੇ, ਜਿਸ ਦੇ ਥਰੂ ਇੱਕ ਕਥਾਤਮਕ ਸ਼ੈਲੀ, ਡਾਇਰੀ ਜਾਂ ਪਾਤਰ ਸ਼ੈਲੀ ਆਉਂਦੀ ਹੈ, ਪਰ ਗਲਪ ਸ਼ੈਲੀ ਦਾ ਪ੍ਰਯੋਗ ਸਫ਼ਰਨਾਮੇ ਦਾ ਹਰ ਲੇਖਕ ਕਰਦਾ ਹੈ, ਮਤਲਬ ਇਸ ਨੂੰ ਗਲਪ ਦੇ ਵਿੱਚ ਲਿਖਦਾ ਹੈ। ਇੱਕ ਤਾਂ ਇਸ ਦੇ ਵਿੱਚ ਕਲਪਨਾ ਦੀ ਪਾਣ ਚੜੀ ਹੁੰਦੀ ਹੈ, ਨਾਲ ਦੇ ਨਾਲ ਇਸ ਦੇ ਵਿੱਚ ਜਿਹੜੇ ਸੱਚ ਹੁੰਦੇ ਨੇ ਉਹ ਵੀ ਇਸ ਦੇ ਵਿੱਚ ਲੁਕਾ ਕੇ ਜਿਹੜੇ ਹੈਗੇ ਨੇ ਪੇਸ਼ ਕੀਤੇ ਜਾਂਦੇ ਨੇ। ਹੁਣ ਇਸ ਦੇ ਵਿਕਾਸ ਪੜਾਅ ਦੇ ਬਾਰੇ ਗੱਲ ਕਰਦੇ ਆ ਕਿ ਸਫ਼ਰਨਾਮਾ ਕਿਸ ਤਰੀਕੇ ਨਾਲ ਹੁਣ ਤੱਕ ਸਾਡੇ ਕੋਲ ਪੁੱਜਿਆ ਸੀ। ਸਫ਼ਰਨਾਮਾ ਅੱਜ ਭਾਵੇਂ ਸਾਹਿਤ ਦੀ ਇੱਕ ਲੋਕਪ੍ਰਿय ਵੰਨਗੀ ਦੀ ਸ਼ਕਲ 'ਚ ਪ੍ਰਮਾਣਿਤ ਹੋ ਚੁੱਕਾ ਹੈ, ਪਰ ਕਈ ਵਿਕਾਸ ਪੜਾਵਾਂ ਵਿੱਚੋਂ ਇਹ ਲੰਘਿਆ ਸੀ। ਅਗਰ ਪ੍ਰਾਚੀਨ ਭਾਰਤ ਵਿੱਚ ਸਫ਼ਰਨਾਮਾ ਜਾਂ ਯਾਤਰਾ ਸਾਹਿਤ ਦੀਆਂ ਬਹੁਤੀਆਂ ਮਿਸਾਲਾਂ ਸਾਡੇ ਕੋਲ ਉਪਲਬਧ ਨਹੀਂ ਹੈਗੀਆਂ, ਪਰੰਤੂ ਪੱਛਮੀ ਦੇਸ਼ਾਂ 'ਚ ਸਫ਼ਰਨਾਮੇ ਦੇ ਬੀਜਨ 'ਚ ਬਹੁਤ ਪੁਰਾਣੇ ਸਮੇਂ ਤੋਂ ਹੀ ਸਾਡੇ ਕੋਲ ਚੱਲਦੇ ਆ ਰਹੇ ਨੇ। ਪੰਜਾਬੀ ਸਾਹਿਤ ਕੋਸ਼ ਦੇ ਅਨੁਸਾਰ ਸਫ਼ਰ ਸਾਹਿਤ ਦਾ ਉਦਭਵ ਤੇ ਵਿਕਾਸ ਸੈਲਾਨੀਆਂ ਦੀਆਂ ਜ਼ੁਬਾਨੀ ਦੱਸੀਆਂ ਹੋਈਆਂ ਕਹਾਣੀਆਂ ਤੋਂ ਹੋਈਆਂ, ਜਿਨ੍ਹਾਂ ਨੇ ਸਾਹਿਤਕ ਰੂਪ ਧਾਰਨ ਕਰ ਲਿਆ। ਮਤਲਬ ਅਗਰ ਸਾਹਿਤ ਕੋਸ਼ ਦੇ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਸਫ਼ਰਨਾਮਾ ਜਿਹੜਾ ਸਟਾਰਟਿੰਗ ਹੋਈ ਸੀ ਜਸਟ ਇੱਕ ਕਹਾਣੀਆਂ ਦੇ ਰੂਪ ਦੇ ਵਿੱਚ, ਜਿਹੜੀਆਂ ਸੁਣੀਆਂ ਸੁਣਾਈਆਂ ਸੀ, ਠੀਕ ਹੈ, ਜ਼ੁਬਾਨੀ ਦੱਸੀਆਂ ਗਈਆਂ। ਜਿਵੇਂ ਸਿਕੰਦਰ ਦੀਆਂ ਕਹਾਣੀਆਂ, ਸਿੰਦਬਾਦ ਦੀਆਂ ਕਹਾਣੀਆਂ ਅਤੇ ਉਡੀਸੀ ਪੁਰਾਤਨ ਸਫ਼ਰ ਸਾਹਿਤ ਦੇ ਪ੍ਰਸਿੱਧ ਨਮੂਨੇ ਨੇ। ਵਿਕਾਸ ਦੀ ਅਗਰ ਦੂਜੀ ਕੜੀ ਦੇ ਵਿੱਚ ਜੇਕਰ ਅਜਿਹਾ ਸਾਹਿਤ ਆਉਂਦਾ ਹੈ ਜਿਸ ਵਿੱਚ ਸੈਲਾਨੀਆਂ ਨੇ ਬਾਅਦ ਦੇ ਵਿੱਚ ਆਪਣੇ ਸਫ਼ਰ ਦਾ ਹਾਲ ਕ੍ਰਮਬੱਧ ਮਤਲਬ ਲਿਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਵਿੱਚ ਫਾਹੀਆਨ, ਹਿਊਨ-ਸਾਂਗ, ਇਤਸਿੰਗ, ਇਬਨ ਬਤੂਤਾ, ਅਲ-ਬਰੂਨੀ, ਮਾਰਕੋ ਪੋਲੋ, ਬਰਨੀਅਰ, ਟੈਵਰਨੀਅਰ ਆ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਕੀ ਕੀਤਾ ਸੀ, ਦੇਸ਼ ਵਿਦੇਸ਼ ਦਾ ਸਫ਼ਰ ਕਰਕੇ ਉਸ ਸਮੇਂ ਦੀ ਜਿਹੜੀ ਸਮਾਜਿਕ ਧਾਰਮਿਕ ਦਸ਼ਾ ਨੂੰ ਆਪਣੀ ਲਿਖਤਾਂ ਦੇ ਰੂਪ 'ਚ ਬਿਆਨ ਕੀਤਾ। ਪਹਿਲਾਂ ਇੱਕ ਕਹਾਣੀਆਂ ਦੇ ਰੂਪ 'ਚ ਸੀ, ਬਾਅਦ ਦੇ ਵਿੱਚ ਲਿਖਤੀ ਰੂਪ 'ਚ ਆਉਣੇ ਸ਼ੁਰੂ ਹੋ ਗਏ। ਤੇ ਇਸ ਤਰ੍ਹਾਂ ਇਹ ਸਮਾਚਾਰ ਗ੍ਰੰਥ ਹਨ ਤੇ ਇਹਨਾਂ ਵਿੱਚ ਸਾਹਿਤਕ ਅੰਸ਼ ਜਿਹੜੇ ਹੈਗੇ ਸੀ ਪਹਿਲਾਂ ਨਾਮਾਂਤਰ ਦੇ ਹੀ ਹੈਗੇ ਸੀ। ਮਤਲਬ ਸਟਾਰਟਿੰਗ ਜਿਹੜੀ ਹੈਗੇ ਸੀ ਸਫ਼ਰਨਾਮੇ ਲਿਖੇ, ਉਹ ਕੀ ਸਿਰਫ ਇੱਕ ਸਮਾਚਾਰ ਗ੍ਰੰਥ ਹੈਗੇ ਸੀ। ਲਿਖੇ ਤਾਂ ਜ਼ਰੂਰ ਸੀ, ਪਰ ਉਹਨਾਂ ਨੇ ਸਿਰਫ ਇੱਕ ਤਰੀਕੇ ਨਾਲ ਇਸ ਨੂੰ ਸਮਾਚਾਰ ਦੇ ਰੂਪ 'ਚ ਹੀ ਦਿੱਤਾ, ਸਾਹਿਤਕਤਾ ਦਾ ਅੰਸ਼ ਇਸ ਦੇ ਵਿੱਚ ਨਹੀਂ ਸੀ। ਬਾਅਦ ਦੇ ਵਿੱਚ ਮੱਧਕਾਲ ਤੇ ਆਧੁਨਿਕ ਕਾਲ 'ਚ ਸਮੁੰਦਰੋਂ ਪਾਰ ਜਾਣ ਵਾਲੇ, ਨਵੀਆਂ ਖੋਜਾਂ ਕਰਨ ਵਾਲੇ, ਉਹਨਾਂ ਨੇ ਆਪਣੇ ਆਪਣੇ ਸਫ਼ਰ ਜਿਹੜੇ ਸਮਾਚਾਰ ਬੜੇ ਰੋਮਾਂਚਿਕ ਢੰਗ ਦੇ ਨਾਲ ਪੇਸ਼ ਕੀਤੇ, ਜਿਨ੍ਹਾਂ ਵਿੱਚ ਪੀਟਰ ਮਾਰਟਿਨ ਪਿੰਟੋ ਮਸ਼ਹੂਰ ਸੀ,
ਆਧੁਨਿਕ ਕਾਲ 'ਚ ਸੈਲਾਨੀ ਨਵੇਂ ਤਜਰਬੇ, ਨਜ਼ਾਰੇ, ਚਿੱਤਰ, ਆਕਰਸ਼ਕ ਸੁੰਦਰਤਾ ਤੋਂ ਮੋਹਿਤ ਹੋ ਗਏ ਤੇ ਬਾਅਦ ਵਿੱਚ ਉਸਨੂੰ ਉਹਨਾਂ ਨੇ ਭਾਵੁਕਸ਼ਾਲੀ 'ਚ ਕਲਪਨਾ ਦੀ ਪਾਨ ਚੜਾ ਕੇ ਇਸਨੂੰ ਸੁਆਦਲੇ ਢੰਗ ਨਾਲ ਵਿਅਕਤ ਕੀਤਾ। ਇਸ ਵਿੱਚ ਗੇਟੇ, ਬਾਇਰਨ, ਸਵੇਨ, ਹੇਡਨ ਪ੍ਰਸਿੱਧ ਸੀ। ਇਸੇ ਪਰੰਪਰਾ ਦੀ ਨਿਰੰਤਰਤਾ ਤੋਂ ਹੀ ਪੱਛਮੀ ਸਫ਼ਰਨਾਮਾ ਸਾਹਿਤ ਦੇ ਅਸਰ ਹੇਠ ਆਧੁਨਿਕ ਯੁੱਗ ਵਿੱਚ ਪੰਜਾਬੀ ਸਫ਼ਰਨਾਮਾ ਸਾਹਿਤ ਉੱਭਰਦਾ ਹੈ, ਜੋ ਇਸੇ ਸਦੀ ਦੀ ਇੱਕ ਹਰਮਨ ਪਿਆਰੇ ਰੂਪ ਵਜੋਂ ਪ੍ਰਫੁੱਲਿਤ ਹੈ। ਮਤਲਬ ਦੇਖੋ ਸਟਾਰਟਿੰਗ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਹੋਈ, ਉਤਰਾ ਹੀ ਸੁਣੀਆਂ ਸੁਣਾਈਆਂ ਕਹਾਣੀਆਂ, ਫਿਰ ਸਮਾਚਾਰ ਦਿੱਤੇ, ਫਿਰ ਬਾਅਦ ਦੇ ਵਿੱਚ ਉਹ ਸਾਹਿਤਕਤਾ ਦਾ ਅੰਸ਼ ਆਇਆ ਤੇ ਐਂਡ ਤੇ ਫਿਰ ਵਿਕਾਸ ਦੇ ਰੂਪ ਚ ਆਇਆ। ਪੰਜਾਬੀ ਦੇ ਵਿੱਚ ਦੇਖੋ ਤਾਂ ਕਹਿੰਦੇ ਕਿ ਸਫ਼ਰਨਾਮਾ ਜਿਹੜਾ ਸਾਹਿਤ ਹੈ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਦੇ ਨਾਲ ਸਟਾਰਟਿੰਗ ਚ ਜੋੜਦੇ ਨੇ, ਜੋ ਕਿ ਸਹੀ ਨਹੀਂ ਹੈਗਾ। ਕਿਉਂਕਿ ਦੇਖੋ ਉਦਾਸੀਆਂ ਦੀ ਸ਼ਕਲ ਵਿੱਚ ਯਾਤਰੂ ਤਾਂ ਭਾਵੇਂ ਗੁਰੂ ਜੀ ਸੀ, ਪਰ ਉਹਨਾਂ ਨੇ ਆਪ ਇਸ ਦਾ ਜਿਹੜਾ ਵਰਤਾਂਤ ਨਹੀਂ ਕੀਤਾ ਸੀ, ਕਿਸੇ ਹੋਰ ਨੇ ਕੀਤਾ ਸੀ। ਵਾਸਤਵ ਵਿੱਚ ਪੰਜਾਬੀ ਸਫ਼ਰਨਾਮਾ ਦਾ ਜਿਹੜਾ ਮੁੱਢ ਹੈਗਾ ਸੀ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਮੇਰਾ ਵਲੈਤੀ ਸਫ਼ਰਨਾਮਾ ਨਾਲ ਹੀ ਬਚਦਾ ਹੈ, ਜਿਨ੍ਹਾਂ ਨੇ ਅਨੁਭਵ ਨੂੰ ਬੜੀ ਹੀ ਸਾਊ ਸ਼ੈਲੀ ਦੇ ਵਿੱਚ ਉਹਨਾਂ ਨੇ ਅੰਕਿਤ ਕੀਤਾ ਸੀ। ਇਸ ਤੋਂ ਇਲਾਵਾ ਹਰਜੀਤ ਸਿੰਘ ਦਾ ਪੂਰਬ ਪੱਛਮ, ਸ਼ੇਰ ਸਿੰਘ ਦਾ ਪ੍ਰਦੇਸ਼ ਯਾਤਰਾ, ਪਿਆਰਾ ਸਿੰਘ ਦਾਤਾ ਦਾ ਸੈਲਾਨੀ ਦੀ ਪ੍ਰਦੇਸ਼ ਯਾਤਰਾ, ਇਸ ਤੋਂ ਇਲਾਵਾ ਐਸ ਅਮੋਲ ਦਾ ਯਾਤਰੂ ਦੀ ਡਾਇਰੀ, ਨਰਿੰਦਰਪਾਲ ਸਿੰਘ ਦਾ ਰੂਸੀ ਸਫ਼ਰਨਾਮਾ, ਬਰਾੜ ਸਾਹਨੀ ਦਾ ਮੇਰਾ ਰੂਸੀ ਸਫ਼ਰਨਾਮਾ, ਬਲਵੰਤ ਗਾਰਗੀ ਦਾ ਪਤਾਲ ਦੀ ਧਰਤੀ ਆਦਿ ਸਫ਼ਰਨਾਮੇ ਹਨ। ਇਸ ਤੋਂ ਇਲਾਵਾ ਪ੍ਰੀਤਮ ਸਿੰਘ ਦਾ ਕਬੂਤਰਾਂ ਦੀ ਪਰਵਾਜ਼ ਤੇ ਸਵਰਨ ਚੰਦਰ ਦਾ ਆਪਣੀ ਧਰਤੀ ਵੀ ਉਲੇਖਣਯੋਗ ਹੈ। ਪ੍ਰਸਿੱਧ ਸਾਹਿਤਕਾਰ ਰਵਿੰਦਰ ਰਵੀ ਦਾ ਸਿਮਰਤੀਆਂ ਦੇ ਦੇਸ਼, ਮਸ਼ਹੂਰ ਕਵੀ ਹਰਭਜਨ ਹਲਵਾਰਵੀ ਦਾ ਭਾਰਤ ਦੀ ਯਾਤਰਾ, ਚੀਨ ਦੀ ਫੇਰੀ, ਇਸ ਤੋਂ ਇਲਾਵਾ ਨਰਿੰਦਰ ਸਿੰਘ ਕਪੂਰ ਦਾ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ ਆਦਿ ਸਫ਼ਰਨਾਮੇ ਨੇ, ਜਿਸ ਵਿੱਚ ਡਾਕਟਰ ਕਪੂਰ ਨੇ ਗੋਰੀ ਧਰਤੀ ਦੇ ਤਜਰਬੇ ਨੂੰ ਬੜੇ ਹੀ ਟਿੱਪਣੀਆਂ, ਸਥਾਪਨਾਵਾਂ ਤੇ ਵਿਅੰਗ ਰਾਹੀਂ ਅਨੋਖੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈਗਾ ਵਾ। ਇਸ ਤੋਂ ਇਲਾਵਾ ਵੀ ਦੇਖੋ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਕਰਕੇ ਸਾਡੇ ਹੁਣ ਕ੍ਰਾਂਤੀ ਆ ਗਈ ਹੈ, ਅਸੀਂ ਬਹੁਤ ਹੀ ਲਾਗੇ ਆ ਚੁੱਕੇ ਨੇ। ਹੁਣ ਲੋਕੀ ਕੀ ਕਹਿੰਦੇ ਮੋਬਾਈਲ ਫੋਨ ਦੇ ਉੱਤੇ ਰਿਕਾਰਡ ਕਰ ਲੈਂਦੇ ਨੇ, ਤੇ ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਸਾਹਿਤ ਗਿਣਾਤਮਕ ਤੇ ਗੁਣਾਤਮਕ ਪੱਖੋਂ ਵੀ ਕਾਫੀ ਵਿਕਸਿਤ ਹੋਇਆ ਹੈ। ਇਸ ਤੋਂ ਇਲਾਵਾ ਵੀ ਬਾਕੀ ਜਿਹੜੇ ਗਿਨੇ ਜਿਨ੍ਹਾਂ ਨੇ ਸਫ਼ਰਨਾਮੇ ਲਿਖੇ ਨੇ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਠੀਕ ਹੈ, ਸੋ ਇਹ ਹੈਗਾ ਸੀ ਅੱਜ ਦਾ ਟੌਪਿਕ। ਬਾਕੀ ਜਿਹੜਾ ਹੋਏਗਾ ਅਸੀਂ ਨੈਕਸਟ ਵਿੱਚ ਕਰਾਂਗੇ, ਸੋ ਵੀਡੀਓ ਜ਼ਰੂਰ ਦੇਖਦੇ ਰਹੋ। ਥੈਂਕ ਯੂ।